ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵੈ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਲਤ ਪਲਾਤਾ। ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਭਗਤ ਵਸ਼ਲ ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸੁਭਾਏਮਾਨ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਕਾਰ ਸੇਵਾ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਕਾਰਯੋਗ ਬਾਬਾ ਹਰਜੀਤ ਸਿੰਘ ਜੀ ਅਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਸਤਿਕਾਰਯੋਗ ਬਾਬਾ ਕਰਤਾਰ ਸਿੰਘ ਜੀ, ਬਾਬਾ ਤਰਲੋਚਨ ਸਿੰਘ ਜੀ, ਕਾਰ ਸੇਵਾ ਵਾਲੇ ਮਹਾਂਪੁਰਖ, ਉਹਨਾਂ ਨੂੰ ਯਾਦ ਕਰਦਿਆਂ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਦਾਸ ਤੋਂ ਪਹਿਲਾਂ ਇਸ ਸਥਾਨ ਦੇ ਹਜੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤੇ ਪੁਰਖ ਵਾਹਿਗੁਰੂ ਜੀ ਦੀ ਇਸ ਰਚਨਾ ਦੇ ਅੰਦਰ ਦੋ ਪ੍ਰਕਾਰ ਦੇ ਜੀਵਾਂ ਦੀ ਚਰਚਾ ਹੈ। ਇੱਕ ਉਹ ਨੇ ਜਿਨ੍ਹਾਂ ਦੀ ਸੋਚ ਕੇਵਲ ਪਦਾਰਥਵਾਦੀ ਹੈ, ਸੰਸਾਰ ਵਿੱਚ ਜਨਮ ਲੈ ਕੇ ਆਏ, ਖਾ ਪੀ ਕੇ ਮੌਜਾਂ ਮਾਣ ਕੇ ਸੰਸਾਰ ਤੋਂ ਤੁਰ ਗਏ। ਉਸ ਬਿਰਤੀ ਨੂੰ ਗੁਰਬਾਣੀ ਵਿੱਚ ਮਨਮੁਖ, ਸਾਕਤ, ਬੇਮੁਖ, ਦੁਰਜਨ ਅਤੇ ਅਕਿਰਤ ਘਣ ਕਿਹਾ ਗਿਆ ਹੈ। ਦੂਸਰੇ ਉਹ ਨੇ ਜਿਨ੍ਹਾਂ ਨੇ ਆਪਣੇ ਸਿਰਜਣਹਾਰ ਵਾਹਿਗੁਰੂ ਜੀ ਦੇ ਅਨੁਸਾਰੀ ਹੋ ਕੇ ਮਾਲਕ ਦਾ ਨਾਮ ਸਿਮਰਨ ਕਰਦਿਆਂ, ਪ੍ਰਭੂ ਦੀ ਬੰਦਗੀ ਕਰਦਿਆਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਸੇਵਾ ਦੀ ਦਾਤ ਆਪਣੇ ਜੀਵਨ ਵਿੱਚ ਧਾਰਨ ਕਰਕੇ ਮਨੁੱਖਾ ਜੀਵਨ ਨੂੰ ਪਰ ਉਪਕਾਰ ਕਰਦਿਆਂ ਉਹਨਾਂ ਨੇ ਸਫਲਾ ਬਣਾਇਆ। ਇਸ ਬਿਰਤੀ ਨੂੰ ਗੁਰਬਾਣੀ ਅੰਦਰ ਗੁਰਮੁਖ, ਸੰਤ, ਭਗਤ, ਬ੍ਰਹਮ ਗਿਆਨੀ
ਅਤੇ ਸਨਮੁਖ ਕਹਿ ਕੇ ਸਤਿਗੁਰਾਂ ਨੇ ਸਤਿਕਾਰਿਆ ਹੈ ਤਾਂ ਅਸੀਂ ਸਾਰੇ ਹੀ ਇੱਕੋ ਮਾਲਕ ਦੇ ਪੈਦਾ ਕੀਤੇ ਹੋਏ ਜੀਵ, ਇੱਕੋ ਹੀ ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਦਾ ਅੰਗ, ਪਰ ਸਾਡੇ ਵਿੱਚੋਂ ਉਹ ਧੰਤਾ ਯੋਗ ਨੇ ਜਿਨ੍ਹਾਂ ਨੇ ਸੇਵਾ ਸਿਮਰਨ ਕਰਦਿਆਂ ਆਪਣੇ ਜੀਵਨ ਨੂੰ ਸਫਲਾ ਬਣਾਇਆ ਹੈ। ਕਿਉਂਕਿ ਮਨੁੱਖਾ ਜੀਵਨ ਦੇ ਦੋ ਪੱਖ ਨੇ, ਇੱਕ ਸਰੀਰਕ ਤੇ ਦੂਸਰਾ ਆਤਮਿਕ। ਭਾਵੇਂ ਕਿ ਆਤਮਾ ਨੂੰ ਮੁੱਖ, ਅਬਨਾਸ਼ੀ ਤੇ ਪ੍ਰਭੂ ਦੀ ਅੰਸ਼ ਮੰਨਿਆ ਗਿਆ, ਸਰੀਰ ਨੂੰ ਨਾਸਵਾਨ ਅਤੇ ਗੌਣ ਮੰਨਿਆ ਜਾਂਦਾ ਹੈ, ਪਰ ਫਿਰ ਵੀ ਸਰੀਰ ਤੇ ਆਤਮਾ ਦੋਵੇਂ ਇੱਕ ਦੂਸਰੇ ਨਾਲ ਓਤ-ਪੋਤ ਨੇ। ਜਿਵੇਂ ਇੱਕ ਦਰਖਤ ਦੀਆਂ ਜੜ੍ਹਾਂ ਅਤੇ ਤਣਾ ਆਪਸ ਵਿੱਚ ਓਤ-ਪੋਤ ਹੁੰਦਾ ਹੈ, ਤਾਣਾ ਤੇ ਪੇਟਾ ਕੱਪੜਾ ਬੁਣਨ ਵਾਲੇ ਜਾਣਦੇ ਨੇ ਕਿ ਉਹ ਵੀ ਇੱਕ ਦੂਸਰੇ ਵਿੱਚ ਓਤ-ਪੋਤ ਹੈ। ਇਸੇ ਤਰ੍ਹਾਂ ਸਾਡੀ ਸਰੀਰ ਤੇ ਸਾਡੀ ਆਤਮਾ ਇਹ ਇੱਕ ਦੂਸਰੇ ਨਾਲ ਓਤ-ਪੋਤ ਹੋਣ ਕਰਕੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਜ਼ਰ ਅੰਦਾਜ਼ ਕਰ ਦਈਏ ਤੇ ਮਨੁੱਖਾ ਜੀਵਨ ਦੀ ਮੁਕੰਮਲ ਸਫਲਤਾ ਸਾਨੂੰ ਪ੍ਰਾਪਤ ਨਹੀਂ ਹੁੰਦੀ। ਕੁਝ ਸਰੀਰ ਕਰਕੇ ਸਫਲ ਹੋ ਗਏ ਪਰ ਆਤਮਿਕ ਤੌਰ ਤੇ ਸਫਲੇ ਨਾ ਹੋ ਸਕੇ। ਕੁਝ ਨੇ ਯਤਨ ਕੀਤਾ ਕਿ ਉਹ ਆਤਮਿਕ ਤੌਰ ਤੇ ਸਫਲ ਹੋਣ, ਪਰ ਉਹਨਾਂ ਨੂੰ ਸਰੀਰਕ ਤੌਰ ਤੇ ਸਫਲਤਾ ਨਹੀਂ ਮਿਲੀ। ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਡਾ ਸਰੀਰਕ ਪੱਖ ਸਫਲਾ ਹੋ ਸਕੇ, ਸਾਨੂੰ ਸੇਵਾ ਬਖਸ਼ਿਸ਼ ਕੀਤੀ ਹੈ। ਸੇਵਾ ਜਿੱਥੇ ਅਸੀਂ ਸਤਿਗੁਰੂ ਦੀ ਕਰਨੀ ਹੈ, ਸੰਗਤ ਦੀ ਕਰਨੀ ਹੈ, ਗੁਰਸਿੱਖਾਂ ਦੀ ਕਰਨੀ ਹੈ, ਉੱਥੇ ਸੇਵਾ ਸਭ ਦੀ ਹੈ। ਸੇਵਾ ਕਰਨ ਵਾਲਾ ਕਦੇ ਵੀ ਇਹ ਨਹੀਂ ਵੇਖਦਾ ਵੀ ਮੈਂ ਜਿਹਦੇ ਜੋੜੇ ਰੱਖਣ ਲੱਗਾ ਉਹ ਆਪਣਾ ਸਿੱਖ ਭਰਾ ਹੈ ਜਾਂ ਕੋਈ ਗੈਰ ਸਿੱਖ ਹੈ। ਮੈਂ ਲੰਗਰ ਵਿੱਚ ਜੂਠੇ ਭਾਂਡੇ ਮਾਂਜਣ ਲੱਗਾ, ਇਹ ਸਿੱਖ ਦੇ ਭਾਂਡੇ ਨੇ ਚਾਹੇ ਕਿਸੇ ਗੈਰ ਸਿੱਖ ਦੇ ਨੇ। ਇਹ ਕਹਿ ਲਈਏ ਕਿ ਸੇਵਾ ਸਤਿਗੁਰੂ ਦੀ ਤੇ ਉਸ ਤੋਂ ਬਾਅਦ ਸੇਵਾ ਸਭ ਦੀ। ਪਰ ਜਿਹੜੀ ਬੰਦਗੀ ਹੈ, ਬੰਦਗੀ ਕੇਵਲ ਰੱਬ ਦੀ ਹੈ। ਰੱਬ ਤੋਂ ਬਿਨਾਂ ਕਿਸੇ ਹੋਰ ਦੀ ਬੰਦਗੀ ਕਰਨਾ ਧਰਮ ਦੀ ਦੁਨੀਆ ਵਿੱਚ ਬੜਾ ਵੱਡਾ ਗੁਨਾਹ ਮੰਨਿਆ ਗਿਆ ਹੈ। ਇਸੇ ਲਈ ਸਤਿਗੁਰੂ ਜੀ ਨੇ ਸਾਨੂੰ ਸੇਵਾ ਸਭ ਦੀ ਤੇ ਬੰਦਗੀ ਰੱਬ ਦੀ ਕਰਨ ਦੀ ਪ੍ਰੇਰਨਾ ਕੀਤੀ ਹੈ ਕਿ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਹਉ ਤੋ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵਨ ਦੈਹਉ। ਸਤਿਗੁਰੂ ਜੀ ਦੀ ਸੇਵਾ ਦਾ ਜਦੋਂ ਜ਼ਿਕਰ ਆਉਂਦਾ ਤੇ ਗਰੀਬ ਨਵਾਜ ਨੇ ਜੁਗਤੀ ਵੀ ਦੱਸੀ ਹੈ, ਹਸਤੀ ਸਿਰ ਜੋ ਅੰਕਸ ਹੈ, ਐਹਰਣ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ। ਭਾਵ ਜਿਵੇਂ ਇੱਕ ਹਾਥੀ ਦੇ ਸਿਰ ਤੇ ਮਹਾਵਤ ਕੁੰਡੇ ਦੀ ਸੱਟ ਮਾਰਦਾ ਤੇ ਜਿੱਧਰ ਨੂੰ ਉਹ ਚਾਵੇ ਹਾਥੀ ਨੂੰ ਮੋੜ ਲੈਂਦਾ। ਇਸੇ ਤਰ੍ਹਾਂ ਜਿਸ ਸਤਿਗੁਰੂ ਦੀ ਅਸੀਂ ਸੇਵਾ ਕਰਨੀ ਹੈ, ਸਤਿਗੁਰੂ ਦੇ ਹੁਕਮ ਰੂਪੀ ਕੁੰਡੇ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਮੋੜਨਾ ਹੈ। ਇਹ ਨਾ ਹੋਵੇ ਵੀ ਆਪਾਂ ਸਤਿਗੁਰੂ ਦੀ ਸੇਵਾ ਵੀ ਕਰੀ ਚੱਲੀਏ ਤੇ ਆਪਣੇ ਆਪ ਨੂੰ ਅਮੋੜ ਵੀ ਰੱਖੀਏ, ਸਤਿਗੁਰੂ ਦੀ ਸਿੱਖਿਆ ਤੋਂ ਉਲਟ ਚੱਲੀਏ। ਸਤਿਗੁਰੂ ਦੀ ਕੀਤੀ ਹੋਈ ਸੇਵਾ ਤਾਂ ਹੀ ਸਫਲ ਹੈ ਜੇ ਸਤਿਗੁਰੂ ਦਾ ਮਨ ਮੰਨ ਜਾਵੇ। ਦਾਸ ਵੀ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਬਸਤਾ ਸਿੰਘ ਜੀ ਦੀਨਪੁਰ ਵਾਲੇ, ਉਹਨਾਂ ਦੇ ਕੋਲ ਸੇਵਾ ਕਰਿਆ ਕਰਦਾ ਸੀ। ਤੇ ਜਦੋਂ ਸਿੱਖ ਪੁੱਛਦੇ ਵੀ ਕਾਰ ਸੇਵਾ ਦਾ ਅਰਥ ਕੀ ਹੈ, ਤੇ ਉਹ ਕਹਿੰਦੇ ਸਨ ਕੰਮ ਸੇਵਾ। ਤੇ ਜਦੋਂ ਕਿਤੇ ਵੀ ਉਹ ਦਿਨ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮੰਜਾ ਡਿੱਠਾ ਵੇਖਦੇ ਸਨ ਤੇ ਕਈ ਵਾਰ ਉਹਨਾਂ ਨੇ ਝਿੜਕਾਂ ਵੀ ਦੇਣੀਆਂ ਵੀ ਗੱਡੀਆਂ ਤੋਂ ਲਿਖੇ ਹੋਏ ਬੋਰਡਾਂ ਤੋਂ ਜਾਂ ਤਾਂ ਕਾਰ ਸੇਵਾ ਲਫ਼ਜ਼ ਮਿਟਾ ਦਿਓ, ਤੇ ਜੇ ਤੁਸੀਂ ਕੰਮ ਸੇਵਾ ਕਾਰ ਸੇਵਾ ਸ਼ਬਦ ਲਿਖਿਆ ਤੇ ਫਿਰ ਦਿਨ ਵਿੱਚ ਸੇਵਾ ਕਰਦਿਆਂ ਮੰਜੇ ਦਾ
ਕੀ ਮਤਲਬ ਹੈ? ਕਿਉਂਕਿ ਹੱਥਾਂ ਨਾਲ ਕੀਤੀ ਹੋਈ ਸੇਵਾ ਨੂੰ ਹੀ ਜਿਹੜੀ ਕਾਰ ਸੇਵਾ ਹੈ ਉਹ ਕਿਹਾ ਜਾਂਦਾ ਹੈ। ਕਾਰ ਦਾ ਅਰਥ ਹੁੰਦਾ ਹੈ ਕੰਮ। ਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਕਿ ਸੇਵਾ ਉਹ ਸਫਲ ਹੈ ਜਿਹਦੇ ਨਾਲ ਸਤਿਗੁਰੂ ਦਾ ਮਨ ਮੰਨ ਜਾਵੇ, ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ। ਇਸੇ ਤਰ੍ਹਾਂ ਜਦੋਂ ਸੇਵਾ ਕਰਦਿਆਂ ਸਾਡਾ ਤਨ ਸਰੀਰਕ ਪੱਖ ਸਫਲਾ ਹੋਣਾ ਹੈ ਤੇ ਅਸੀਂ ਆਤਮਿਕ ਤੌਰ ਤੇ ਵੀ ਸਫਲ ਹੋ ਸਕੀਏ। ਸਤਿਗੁਰੂ ਜੀ ਨੇ ਸਾਨੂੰ ਸਿਮਰਨ ਦੀ ਦਾਤ ਦਿੱਤੀ ਹੈ। ਸਿਮਰਨ ਦਾ ਮਤਲਬ ਹੈ ਉਹਦੀ ਯਾਦ। ਉਹਨੂੰ ਅਸੀਂ ਸਵੇਰੇ ਉੱਠ ਕੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਵੀ ਸਿੱਖ ਪਹਿਰ ਰਾਤ ਰਹਿੰਦੀ ਜਾਗ ਕੇ ਸਭ ਤੋਂ ਪਹਿਲਾਂ ਆਪਣੀ ਰਸਨਾ ਤੋਂ ਵਾਹਿਗੁਰੂ ਉਚਾਰਨ ਕਰਦਾ ਹੈ। ਗੁਰਬਾਣੀ ਦੇ ਮੁਤਾਬਕ ਵੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਫਿਰ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ, ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨਾ ਵੀ ਉਸ ਮਾਲਕ ਦਾ ਸਿਮਰਨ ਹੈ। ਇਸ ਤੋਂ ਬਾਅਦ ਜਦੋਂ ਗੁਰੂ ਕਾ ਸਿੱਖ ਸੰਗਤ ਵਿੱਚ ਆਉਂਦਾ ਹੈ ਤੇ ਇੱਥੇ ਆ ਕੇ ਗੁਰਬਾਣੀ ਦਾ ਪਾਠ ਕੀਰਤਨ ਕਥਾ ਸੁਣਦਾ ਹੈ, ਇਹ ਵੀ ਉਸ ਮਾਲਕ ਦਾ ਸਿਮਰਨ ਹੈ। ਤੇ ਜਦੋਂ ਕਿਤੇ ਦੋ ਚਾਰ ਸੱਜਣ ਕਿਸੇ ਸੱਥ ਵਿੱਚ ਬੈਠੇ ਹੋਣ, ਕਿਸੇ ਸਫ਼ਰ ਕਰਦਿਆਂ ਇਕੱਠੇ ਹੋਏ ਹੋਣ, ਉੱਥੇ ਵੀ ਦੁਨਿਆਵੀ ਗੱਲਾਂ ਬਾਤਾਂ ਸੰਕੋਚ ਕੇ ਕਹੋ ਨਾਨਕ ਕਰਤੇ ਕੀਆਂ ਬਾਤਾਂ ਸ਼ੁਰੂ ਕਰ ਲਈਏ, ਰੱਬ ਦੀਆਂ ਗੱਲਾਂ ਸ਼ੁਰੂ ਕਰ ਲਈਏ, ਇਹ ਵੀ ਰੱਬ ਦਾ ਸਿਮਰਨ ਹੈ। ਤੇ ਜਦੋਂ ਅਸੀਂ ਹੱਥਾਂ ਪੈਰਾਂ ਦੇ ਨਾਲ ਕਿਰਤ ਕਰਦੇ ਹਾਂ ਤੇ ਨਾਲ ਨਾਲ ਰਸਨਾ ਤੋਂ ਉਸ ਮਾਲਕ ਦਾ ਅਸੀਂ ਗੁਣ ਗਾਨ ਕਰੀਏ, ਇੰਜ ਕਹਿ ਲਈਏ ਕਿ ਉਹਨੂੰ ਆਪਣੀ ਸਿਮਰਤੀ ਦਾ ਆਪਾਂ ਅੰਗ ਬਣਾਉਣਾ ਹੈ। ਆਪਣੀ ਸਿਮਰਤੀ ਦੇ ਵਿੱਚ ਜਿਵੇਂ ਸਾਨੂੰ ਚੇਤੇ ਹੈ ਕਿ ਅਸੀਂ ਆਹ ਕੰਮ ਕਦੋਂ ਕਰਨਾ ਹੈ, ਬੱਚਿਆਂ ਦੀ ਫੀਸ ਕਦੋਂ ਭਰਨੀ ਹੈ, ਅਸੀਂ ਪਾਸਪੋਰਟ ਕਦੋਂ ਬਣਾਉਣਾ, ਅਸੀਂ ਕਦੇ ਨਹੀਂ ਭੁੱਲਦੇ। ਇਸੇ ਤਰ੍ਹਾਂ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ, ਪ੍ਰਮਾਤਮਾ ਨੂੰ ਆਪਣੀ ਸਿਮਰਤੀ ਵਿੱਚ ਵਸਾ ਕੇ ਰੱਖਣਾ, ਇਹ ਉਸ ਪ੍ਰਮਾਤਮਾ ਦੀ ਯਾਦ ਹੈ, ਉਹਦੀ ਬੰਦਗੀ ਹੈ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ ਕਿ ਸੇਵਾ ਕਰਦਿਆਂ, ਸਿਮਰਨ ਕਰਦਿਆਂ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਇਸੇ ਲਈ ਜਿਹੜੇ ਪ੍ਰਭੂ ਪਿਆਰੇ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਵੀ ਧਨਤਾ ਯੋਗ ਹੈ। ਜਦੋਂ ਉਹ ਆਉਂਦੇ ਨੇ ਉਦੋਂ ਵੀ ਉਹਨਾਂ ਨੂੰ ਵੈਲਕਮ ਕਰਦਿਆਂ ਇਹ ਬਚਨ ਕਹੇ ਗਏ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹਨਾਂ ਦਾ ਫਿਰ ਜੀਵਨ ਵੀ ਧਨਤਾ ਯੋਗ, ਕਿਉਂਕਿ ਉਹਨਾਂ ਨੇ ਜਨਮ ਤੋਂ ਲੈ ਕੇ ਅੰਤਲੇ ਸਮੇਂ ਤੱਕ ਸੇਵਾ ਕਰਦਿਆਂ, ਸਿਮਰਨ ਕਰਦਿਆਂ ਆਪਣੇ ਜੀਵਨ ਨੂੰ ਸਫਲ ਕੀਤਾ। ਤੇ ਜਦੋਂ ਉਹ ਸੰਸਾਰ ਤੋਂ ਤੁਰਦੇ ਨੇ ਤੇ ਉਦੋਂ ਵੀ ਫਿਰ ਕਿਹਾ ਜਾਂਦਾ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ। ਇੱਕ ਤਾਂ ਦੁਨੀਆ ਦੇ ਵਾਜੇ ਗਾਜੇ ਨੇ ਜਿਹੜੇ ਕਿਸੇ ਦੇ ਜਨਮ ਵੇਲੇ ਵੱਜਦੇ ਨੇ, ਵਿਆਹਾਂ ਸਮੇਂ ਲੋਕ ਵਜਾਉਂਦੇ ਨੇ, ਪਰ ਜਿਹੜੇ ਪ੍ਰਭੂ ਪਿਆਰੇ ਮਾਲਕ ਨਾਲ ਜੁੜੇ ਹੋਣ ਉਹ ਜਦੋਂ ਸੰਸਾਰ ਤੋਂ ਤੁਰਦੇ ਨੇ ਤੇ ਉਦੋਂ ਉਹਨਾਂ ਦੇ ਵਾਜੇ ਵੱਜਦੇ ਨੇ, ਜੈ ਜੈਕਾਰ ਹੁੰਦੀ ਹੈ। ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਫਿਰ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਸੰਸਾਰ ਕਰਦਾ ਹੈ, ਕਿਉਂਕਿ ਉਹਨਾਂ ਨੇ ਪਰ ਉਪਕਾਰ ਕਰਦਿਆਂ ਆਪਣਾ ਜੀਵਨ ਸਫਲਾ ਕੀਤਾ। ਬਾਣੀ ਵਿੱਚ ਭਾਵੇਂ ਹਰ ਜਨ ਦੀ ਗੱਲ ਆਵੇ, ਭਾਵੇਂ ਬ੍ਰਹਮ ਗਿਆਨੀ ਦੀ ਗੱਲ ਆਵੇ, ਹਰ ਥਾਂ ਤੇ ਸਤਿਗੁਰੂ ਜੀ ਜਿਹੜੀ ਬ੍ਰਹਮ ਗਿਆਨੀ ਦੀ ਹਰ ਜਨ ਦੀ ਬਿਰਤੀ ਆ ਉਹਨੂੰ ਪਰ ਉਪਕਾਰੀ ਬਿਰਤੀ ਦੱਸਦੇ ਨੇ। ਉਹ ਸਾਡੇ ਵਾਂਗ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਏ। ਬ੍ਰਹਮ ਗਿਆਨੀ ਪਰ ਉਪਕਾਰ ਉਹ ਮਾਹਾ। ਪ੍ਰਥਮ ਕਾਰ ਹੈ ਜਿਹੜੀ ਅਸੀਂ ਸਰੀਰ ਲਈ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਕਿਰਤ ਕਰਨੀ ਚਾਹੀਦੀ, ਕਿਉਂਕਿ ਸਿੱਖ ਧਰਮ ਦਾ ਜਿਹੜਾ ਮੁੱਢਲਾ ਉਪਦੇਸ਼ ਹੈ ਉਹ ਹੈ ਕਿਰਤ ਕਰੋ। ਤੇ ਫਿਰ ਅਗਲੀ ਗੱਲ ਹੈ ਨਾਮ ਜਪੋ। ਤੇ ਫਿਰ ਕਿਰਤ ਕਰਕੇ ਜੋ ਕਮਾਇਆ, ਜੋ ਨਾਮ ਜਪ ਕੇ ਸਿਮਰਨ ਸੰਗ੍ਰਹਿ ਹੋਇਆ, ਉਹਨਾਂ ਨੂੰ ਫਿਰ ਦੂਜਿਆਂ ਨਾਲ ਸ਼ੇਅਰ ਕਰਨਾ, ਇਹਨੂੰ ਕਿਹਾ ਜਾਂਦਾ ਹੈ ਵੰਡ ਕੇ ਛਕੋ।
ਇਹ ਸਿਧਾਂਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਭ ਤੋਂ ਪਹਿਲੀ ਕਾਰ ਦਾ ਮਤਲਬ ਹੋ ਗਿਆ ਉਹ ਕੰਮ ਜਿਹੜਾ ਅਸੀਂ ਸਰੀਰਕ ਤੌਰ ਤੇ ਕਿਰਤ ਕਰਦੇ ਹਾਂ ਸਰੀਰ ਦੇ ਭਲੇ ਲਈ। ਦੂਸਰਾ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਉਪਕਾਰ, ਉਹ ਹੈ ਆਤਮਾ ਦੇ ਭਲੇ ਵਾਸਤੇ, ਜਿਵੇਂ ਨਿਤਨੇਮ ਕਰਨਾ, ਮਾਲਕ ਦੇ ਸਿਮਰਨ ਵਿੱਚ ਜੁੜਨਾ, ਪ੍ਰਭੂ ਦਾ ਗੁਣ ਗਾਨ ਕਰਕੇ ਪ੍ਰਭੂ ਦੀ ਬੰਦਗੀ ਵਿੱਚ ਲੀਨ ਹੋਣਾ। ਤੇ ਤੀਸਰਾ ਸ਼ਬਦ ਹੈ ਪਰ ਉਪਕਾਰ, ਜਿਹੜਾ ਸਰੀਰ ਲਈ ਤੇ ਆਪਾਂ ਕਰਦੇ ਹੀ ਆ, ਆਤਮਾ ਲਈ ਤੇ ਆਪਾਂ ਕਰਦੇ ਹੀ ਨਾ। ਪਰ ਉਪਕਾਰ ਉਹਨੂੰ ਕਿਹਾ ਜਾਂਦਾ ਜਿਹੜਾ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਕੀਤਾ ਜਾਵੇ। ਜਦੋਂ ਅਸੀਂ ਦੂਜਿਆਂ ਦੇ ਭਲੇ ਵਾਸਤੇ ਕੋਈ ਕਾਰਜ ਕਰਦੇ ਆ, ਇਹਨੂੰ ਪਰ ਉਪਕਾਰ ਕਿਹਾ ਜਾਂਦਾ ਹੈ। ਤੇ ਜਿਹੜਾ ਪਰ ਉਪਕਾਰ ਕਰਦਾ ਉਹਨੂੰ ਮਾਲਕ ਦਾ ਭਗਤ ਕਹਿ ਲਓ, ਉਹਨੂੰ ਸੰਤ ਕਹਿ ਲਓ, ਉਹਨੂੰ ਸਾਧੂ ਕਹਿ ਲਓ, ਉਹਨੂੰ ਤੁਸੀਂ ਬ੍ਰਹਮ ਗਿਆਨੀ ਕਹਿ ਲਓ। ਸਤਿਗੁਰੂ ਜੀ ਨੇ ਇਹ ਬੜੀਆਂ ਤਸ਼ਬੀਹਾਂ ਜਿਹੜੀਆਂ ਨੇ ਉਹਨਾਂ ਮਹਾਨ ਆਤਮਾਵਾਂ ਵਾਸਤੇ ਵਰਤੀਆਂ ਨੇ। ਜਦੋਂ ਦਾਸ ਇੱਥੇ ਨਤਮਸਤਕ ਹੋ ਰਿਹਾ ਸੀ, ਗੁਰੂ ਕੇ ਕੀਰਤਨੀਏ ਪੜ੍ਹ ਰਹੇ ਸਨ, ਉਹ ਵੀ ਦੋ ਬਿਰਤੀਆਂ ਦਾ ਜ਼ਿਕਰ ਸੀ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਜਦੋਂ ਸਤਿਗੁਰੂ ਜੀ ਇਹ ਜ਼ਿਕਰ ਕਰਦੇ ਨੇ ਨਾ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਵੀ ਆਪਾਂ ਸਾਰੇ ਇੱਕੋ ਮਾਲਕ ਦੇ ਭੇਜੇ ਹੋਏ ਆਏ ਆ, ਇੱਕੋ ਹੀ ਮਿੱਟੀ ਦੇ ਅਸੀਂ ਸਾਰੇ ਜੀਵ ਬਣੇ ਹੋਏ ਆ, ਸਾਨੂੰ ਇੱਕੋ ਹੀ ਮਾਲਕ ਨੇ ਸਰੀਰਕ ਜੀਵਨ ਦੇ ਕੇ ਸੰਸਾਰ ਵਿੱਚ ਭੇਜਿਆ। ਇੰਜ ਕਹਿ ਲਈਏ ਵੀ ਜਦੋਂ ਆਏ ਆ ਉਦੋਂ ਤੇ ਸਾਰੇ ਇੱਕੋ ਜਿਹੇ ਆ, ਪਰ ਇੱਥੋਂ ਜਾਣ ਲੱਗਿਆਂ ਰਸਤਾ ਬਦਲ ਜਾਂਦਾ ਹੈ। ਘਰ ਜਾਸਨ ਵਾਟ ਵਟਾਇਆ, ਫਿਰ ਵਾਟ ਵਟਾਈ ਜਾਂਦੀ ਹੈ, ਵਾਟ ਬਦਲ ਜਾਂਦੀ ਹੈ। ਇੱਕ ਗੁਰਮੁਖਾਂ ਦੀ ਵਾਟ ਹੈ, ਉਹ ਲਾਹਾ ਖੱਟ ਕੇ ਤੁਰਦੇ ਨੇ, ਸੁਰਖਰੂ ਹੋ ਕੇ ਤੁਰਦੇ ਨੇ, ਆਪਣਾ ਜੀਵਨ ਸਵਾਰ ਕੇ ਤੁਰਦੇ ਨੇ। ਤੇ ਇੱਕ ਮਨਮੁਖਾਂ ਵਾਲੀ ਵਾਟ ਹੈ, ਜਿਹੜੇ ਆਪਣਾ ਮੂਲ ਵੀ ਗਵਾ ਕੇ ਜਾਂਦੇ ਨੇ, ਕਿਉਂਕਿ ਅਸਲ ਵਿੱਚ ਜੁੜਨਾ ਉਹਨਾਂ ਨੇ ਮੂਲ ਪਰਮਾਤਮਾ ਨਾਲ ਸੀ, ਤੇ ਉਹ ਪਦਾਰਥਾਂ ਦੀ ਸੋਚ ਦੇ ਧਾਰਨੀ ਬਣ ਗਏ। ਉਹਨਾਂ ਨੂੰ ਇਹ ਸਮਝ ਨਾ ਆ ਸਕੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਸੁਮੇਰ ਪਰਬਤ ਤੇ ਜੋਗੀਆਂ ਨੇ ਇਹ ਪ੍ਰਸ਼ਨ ਕੀਤਾ, ਕਿਤ ਬਿਦ ਪੁਰਖਾ ਜਨਮ ਵਟਾਇਆ, ਇਹ ਪ੍ਰਸ਼ਨ ਬੜਾ ਭਾਵਪੂਰਤ ਸੀ, ਕਿਉਂਕਿ ਉਹ ਇਹ ਸਮਝ ਰਹੇ ਸਨ ਵੀ ਜਿਵੇਂ ਅਸੀਂ ਘਰ ਛੱਡਿਆ, ਅਸੀਂ ਪਰਬਤਾਂ ਤੇ ਬੈਠੇ ਹਾਂ, ਅਸੀਂ ਯੋਗ ਸਾਧਨਾ ਕਰਦੇ ਹਾਂ, ਇਹ ਤਾਂ ਸਾਡਾ ਰੂਹਾਨੀਅਤ ਜੀਵਨ ਹੈ। ਤੇ ਗੁਰੂ ਨਾਨਕ ਸਾਹਿਬ ਜੀ ਘਰ ਰਹਿੰਦੇ ਨੇ, ਪਰਿਵਾਰ ਵਿੱਚ ਰਹਿੰਦੇ ਨੇ, ਖੇਤੀ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਸਾਡੇ ਵਾਂਗ ਅਤੀਤ ਹੋ ਕੇ ਪਰਬਤਾਂ ਤੇ ਨਹੀਂ ਆਏ। ਤੇ ਉਹਨਾਂ ਨੇ ਪ੍ਰਸ਼ਨ ਕਰ ਦਿੱਤਾ ਵੀ ਫਿਰ ਪਦਾਰਥਵਾਦੀ ਇਸ ਸੰਸਾਰੀ ਬਿਰਤੀ ਨੂੰ ਤੁਸੀਂ ਰੂਹਾਨੀ ਬਿਰਤੀ ਵਿੱਚ ਕਿਵੇਂ ਤਬਦੀਲ ਕੀਤਾ? ਹੁਣ ਪ੍ਰਸ਼ਨ ਬੜਾ ਵਧੀਆ ਹੈ, ਤੇ ਸਾਨੂੰ ਇਹ ਪਤਾ ਤਾਂ ਲੱਗੇਗਾ ਜੇ ਆਪਾਂ ਗੁਰਬਾਣੀ ਦਾ ਸਹਿਜ ਪਾਠ ਕਰਾਂਗੇ। ਜਿਵੇਂ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਕਿਸੇ ਭੀੜ ਜਾਂ ਉਤਸ਼ਾਹ ਸਮੇਂ ਅਖੰਡ ਪਾਠ ਸਾਹਿਬ ਕਰਾਓ। ਉਹਦਾ ਮਤਲਬ ਹੁੰਦਾ ਹੈ ਵੀ ਜਿਵੇਂ ਘਰ ਵਿੱਚ ਕੋਈ ਦੁੱਖ ਆ ਗਿਆ ਤੇ ਦਿਨ ਥੋੜ੍ਹੇ ਹੋਣ ਤੇ ਆਪਾਂ ਫਿਰ ਕਈ ਵਾਰ ਸੋਚਦੇ ਹਾਂ ਵੀ ਚਲੋ ਹੁਣ ਛੇਤੀ ਜਲਦੀ ਪਾਠ ਨਹੀਂ ਹੋਣਾ ਤੇ ਆਪਾਂ ਅਖੰਡ ਪਾਠ ਸਾਹਿਬ ਕਰਵਾ ਲਈਏ। ਇੱਕਦਮ ਬੱਚਿਆਂ ਦੇ ਆਪਾਂ ਵਿਆਹ ਦਾ ਦਿਨ ਨਿਯਤ ਕਰ ਦਿੱਤਾ ਤੇ ਆਪਾਂ ਕਹਿੰਦੇ ਆ ਵੀ ਹੁਣ ਸਾਡੇ ਕੋਲ ਇੰਨਾ ਸਮਾਂ ਨਹੀਂ ਲੱਗਣਾ ਵੀ ਆਪਾਂ ਸਹਿਜ ਪਾਠ ਕਰੀਏ। ਉਦੋਂ ਆਪਾਂ ਅਖੰਡ ਪਾਠ ਸਾਹਿਬ ਕਰਵਾ ਸਕਦੇ ਹਾਂ ਕਿਸੇ ਭੀੜ ਜਾਂ ਉਤਸ਼ਾਹ ਸਮੇਂ। ਉਵੇਂ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਹਰ ਸਿੱਖ ਦਾ ਆਪਣਾ ਸਹਿਜ ਪਾਠ ਜਾਰੀ ਹੋਵੇ। ਔਰ ਕਦੇ ਜ਼ਿੰਦਗੀ ਵਿੱਚ ਇਹ ਕਰਕੇ ਵੇਖਿਓ ਵੀ ਜੇ ਇੱਕ ਵਾਰ ਵੀ ਤੁਸੀਂ ਸਹਿਜ ਪਾਠ ਕਰ ਲਿਆ ਤੇ ਤੁਹਾਨੂੰ ਇੰਜ ਲੱਗੇਗਾ ਅਸੀਂ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਿਆ। ਬਾਹਰੀ ਦਰਸ਼ਨ ਤੇ ਆਪਾਂ ਸਾਰੇ ਹੀ ਕਰਦੇ ਆ ਨਾ, ਪਰ ਗੁਰਬਾਣੀ ਦੀ ਰੂਹ ਦੇ ਦਰਸ਼ਨ ਵੀ ਸਤਿਗੁਰੂ ਨੇ ਸਾਨੂੰ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਜਦੋਂ ਅਸੀਂ ਉਹ ਦਰਸ਼ਨ ਕਰਾਂਗੇ ਤੇ ਸੱਚਮੁੱਚ ਸਾਨੂੰ ਫਿਰ ਇਹ ਜਿਹੜੇ ਸਿੱਧਾਂ ਨਾਲ ਪ੍ਰਸ਼ਨ ਉੱਤਰ ਨੇ ਨਾ,
ਇਹ ਵੀ ਸਾਨੂੰ ਬਾਣੀ ਸਿੱਧ ਗੋਸ਼ਟ ਵਿੱਚੋਂ ਪੜ੍ਹਨ ਵਾਸਤੇ ਪ੍ਰਾਪਤ ਹੋਣਗੇ। ਸਤਿਗੁਰੂ ਜੀ ਨੇ ਸਿਰਲੇਖ ਭਾਵੇਂ ਦੁਨਿਆਵੀ ਵਰਤੇ ਨੇ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਆਇਆ ਅਲਾਹਣੀਆਂ, ਕਦੇ ਲਾਵਾਂ ਸਿਰਲੇਖ ਹੁੰਦਾ ਹੈ, ਕਦੇ ਘੋੜੀਆਂ ਸਿਰਲੇਖ ਹੁੰਦਾ ਹੈ। ਇੰਜ ਕਹਿ ਲਈਏ ਵੀ ਸਿੱਧ ਗੋਸ਼ਟ ਬਾਣੀ ਹੈ ਤਾਂ ਸਿੱਧਾਂ ਨਾਲ ਚਰਚਾ ਹੈ, ਤਾਂ ਪ੍ਰਸ਼ਨ ਉੱਤਰ। ਪਰ ਜਦੋਂ ਸਿੱਧ ਇਹ ਪੁੱਛਦੇ ਨੇ ਵੀ ਤੁਸੀਂ ਜੀਵਨ ਕਿਵੇਂ ਬਦਲਿਆ। ਰਾਗੀ ਸਿੰਘ ਪੜ੍ਹ ਰਹੇ ਸੀ ਜਦੋਂ ਦਾਸ ਮੱਥਾ ਟੇਕ ਰਿਹਾ ਸੀ ਕਿ ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਤੇ ਉਹ ਵਾਟ ਕਿਵੇਂ ਬਦਲ ਗਈ? ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹਨਾਂ ਜੋਗੀਆਂ ਨੇ ਜਦੋਂ ਪ੍ਰਸ਼ਨ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਸੁਣਿਆ। ਜੋਗੀ ਪ੍ਰਸ਼ਨ ਕਰ ਰਹੇ ਸਨ ਕਿ ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਕਹਿਣ ਲੱਗੇ ਪੁਰਖਾ ਤੁਸੀਂ ਜਨਮ ਤਬਦੀਲ ਕਿਵੇਂ ਕੀਤਾ, ਕਿਵੇਂ ਇਹ ਜਨਮ ਵਟਾਇਆ, ਕਿਵੇਂ ਤੁਸੀਂ ਪਦਾਰਥਵਾਦੀ ਪਰਿਵਾਰ ਵਿੱਚ ਰਹਿ ਕੇ ਆਪਣੇ ਆਪ ਨੂੰ ਰੂਹਾਨੀ ਮਾਰਗ ਨਾਲ ਜੋੜਿਆ। ਇਹ ਵਾਟ ਕਿਵੇਂ ਬਦਲੀ ਜੇ, ਕਿਵੇਂ ਤਬਦੀਲ ਕੀਤੀ ਜੇ, ਤੇ ਤੁਸੀਂ ਆਪਣਾ ਮਨ ਕਿੱਥੇ ਜੋੜਿਆ। ਜਿਵੇਂ ਅੱਜ ਸਾਰਿਆਂ ਦਾ ਇਹ ਪ੍ਰਸ਼ਨ ਹੈ ਵੀ ਧਿਆਨ ਕਿਵੇਂ ਧਰਨਾ, ਮਨ ਜਿਹੜਾ ਹੈ ਉਹ ਕਿੱਥੇ ਜੋੜਨਾ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਜਦੋਂ ਇਹ ਪੂਰਾ ਪ੍ਰਸ਼ਨ ਸੁਣਿਆ ਨਾ, ਮੈਂ ਪੌੜੀ ਪੂਰੀ ਕਰਾਂ। ਅੱਗੇ ਜੋਗੀ ਕਹਿ ਰਹੇ ਨੇ ਕਿਤ ਬਿਦ ਆਸਾ ਮਨਸਾ ਖਾਦੀ। ਕਹਿਣ ਲੱਗੇ ਇਹ ਜਿਹੜੀ ਆਸਾ ਮਨਸਾ ਹੈ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਵੀ ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਤੁਸੀਂ ਆਸਾ ਤੇ ਮਨਸਾ ਦੇ ਫੁਰਨੇ ਜਿਹੜੇ ਨੇ ਇਹਨਾਂ ਨੂੰ ਵਸ ਵਿੱਚ ਕਰ ਲਿਆ। ਹੁਣ ਬਾਣੀ ਵਿੱਚ ਇਹਨਾਂ ਵਿਧੀਆਂ ਦਾ ਜ਼ਿਕਰ ਹੈ। ਕੁਝ ਵਿਧੀਆਂ ਐਸੀਆਂ ਨੇ ਜਿਨ੍ਹਾਂ ਦਾ ਜ਼ਿਕਰ ਕਰਕੇ ਸਤਿਗੁਰਾਂ ਨੇ ਪੱਕੀ ਮੋਹਰ ਲਾ ਦਿੱਤੀ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿਣ ਲੱਗੇ ਵੀ ਆਹ ਵਿਧੀਆਂ ਜੇ ਤੂੰ ਕਰੀ ਜਾਵੇਂਗਾ ਤੇ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਤੇ ਰੱਬ ਨੂੰ ਮਿਲਣ ਦੀ ਕਿਹੜੀ ਵਿਧੀ ਹੈ? ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਖੇਤਾਂ ਵਿੱਚ ਹਲ ਚਲਾਉਣ ਵਾਲੇ ਵੱਡੇ ਭਾਗਾਂ ਵਾਲੇ ਧੰਨੇ ਭਗਤ ਨੂੰ ਜਦੋਂ ਉਹਨਾਂ ਨੇ ਖੇਤਾਂ ਵਿੱਚ ਮਹਿਸੂਸ ਕੀਤਾ ਕਿ ਮਾਲਕ ਮੇਰੇ ਨਾਲ ਹੀ ਹੈ, ਉਹ ਤਾਂ ਮਾਤਾ ਦੇ ਉਦਰ ਵਿੱਚ ਵੀ ਮੇਰੇ ਨਾਲ ਸੀ, ਉਹ ਤਾਂ ਪਾਣੀ ਵਿੱਚ ਵੀ ਰਹਿੰਦਾ, ਉਹ ਤਾਂ ਸੱਚਮੁੱਚ ਖੇਤਾਂ ਵਿੱਚ ਵੀ ਮੇਰੇ ਨਾਲ ਹੀ ਹੈ। ਤੇ ਜਿਹਦਾ ਪ੍ਰਮਾਤਮਾ ਸਰਬ ਵਿਆਪਕ ਹੋਵੇ ਉਹਨੂੰ ਪ੍ਰਮਾਤਮਾ ਹਰ ਥਾਂ ਤੇ ਮਹਿਸੂਸ ਹੁੰਦਾ ਹੈ। ਤੇ ਭਗਤ ਧੰਨਾ ਜੀ ਨੇ ਮਹਿਸੂਸ ਵੀ ਕੀਤਾ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਕਹਿਣ ਲੱਗੇ ਜੇ ਮੈਂ ਪਾਣੀ ਵਿੱਚ ਵੇਖਦਾ ਪ੍ਰਮਾਤਮਾ ਉੱਥੇ ਵੀ ਹੈ, ਜੇ ਮੈਂ ਮਾਤਾ ਦੀ ਉਦਰ ਵਿੱਚ ਵੇਖਦਾ ਪ੍ਰਮਾਤਮਾ ਉੱਥੇ ਵੀ ਹੈ, ਕਿਉਂਕਿ ਪ੍ਰਮਾਤਮਾ ਹਰ ਥਾਂ ਤੇ ਵਿਆਪਕ ਹੈ। ਸਾਡੀ ਉਹ ਰੱਖਿਆ ਕਰਨ ਵਾਲਾ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਆ ਦੁਨੀਆਦਾਰ ਕਿਤਿਓਂ ਧਾਗਾ ਲਿਆਉਂਦੇ ਨੇ, ਕਿਤਿਓਂ ਰੱਖ ਲਿਆਉਂਦੇ ਨੇ, ਕਈ ਤਰ੍ਹਾਂ ਦੇ ਉਹ ਧਾਗੇ ਤਵੀਤਾਂ ਦੇ ਚੱਕਰਾਂ ਵਿੱਚ ਪੈਂਦੇ ਨੇ। ਪਰ ਸਾਹਿਬ ਕਹਿੰਦੇ ਸਭ ਤੋਂ ਵੱਡੀ ਰੱਖ ਤਾਂ ਪ੍ਰਮਾਤਮਾ ਦੀ ਹੈ। ਰਾਖਾ ਏਕ ਹਮਾਰਾ ਸੁਆਮੀ। ਉਹਦੀ ਰੱਖ ਉੱਥੇ ਆ ਜਿੱਥੇ ਕੋਈ ਸਾਡਾ ਰਾਖਾ ਨਹੀਂ ਬਣ ਸਕਦਾ, ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਆਪਾਂ ਮਨਾਇਆ, ਤੇ ਸਤਿਗੁਰੂ ਜੀ ਨੇ ਸਾਨੂੰ ਇਹੀ ਉਦਾਹਰਨ ਦੇ ਕੇ ਰੱਬ ਨਾਲ ਜੋੜਿਆ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਚਾਵੇ। ਵੈਸੇ ਤੇ ਹਰ ਸਤਿਗੁਰੂ ਸਾਹਿਬ ਜੀ ਨੇ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਪਰ ਬਹੁਤੀ ਜਦੋਂ ਆਪਾਂ ਸੇਵਾ ਦੀ ਜਾਣਕਾਰੀ ਇਤਿਹਾਸ ਵਿੱਚੋਂ ਪੜਾਂਗੇ ਤੇ ਉਹ ਗੁਰੂ ਅਮਰਦਾਸ ਜੀ ਨੇ 12 ਸਾਲ ਤਿਸ ਗੁਰ ਕੇ ਗ੍ਰੇ ਢੋਵੋਂ ਪਾਣੀ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਿੱਥੇ ਸੇਵਾ ਕੀਤੀ, ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਉੱਥੇ ਵੇਖੋ ਉਹ ਨਿਮਾਣਿਆਂ ਦੇ ਮਾਣ ਬਣ ਗਏ, ਨਤਾਣਿਆਂ ਦੇ ਤਾਣ ਬਣ ਗਏ, ਨਿਓਟਿਆਂ ਦੀ ਓਟ ਬਣ ਗਏ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਵਿਸ਼ਵਾਸ ਹੀ ਇੰਨਾ ਸੀ
कि जिस दर ते सेवा करनी है उस मालिक का हुक्म मन के उहदे विच अभेद हो सकते हैं, तो फिर ही सेवा जिहड़ी है वो थाएं पै सकती है। हुण सतगुरु जी ने जदों प्रश्न सुनिया तो जोगी यही प्रश्न कर रहे ने, कित विद किहड़ी विधि है, किहड़ी विधि है जिहदे नाल तुसी जीवन बदलिया है, वो किहड़ा तरीका है, तुसी कित्थे मन जोड़िया, आसा मनसा किवें खत्म कीती है, ते तुसी कित विद जोत निरंतर पाई, अपने अंदर एक रस लगातार परमात्मा की जोत का प्रकाश किवें कीता। हुण आपां कदी इस जोत बारे पुछिआ? सतगुरु जी ने तो सानू समझाया, प्यारिओ जोत वो नहीं जिहड़ी साडे करके आपां दीवा जगावांगे घड़ी नूं बुझण है। असल जोत वो है जिहदे करके असीं आ। सब मैं जोत है सोए, तिस दा चानण सब मैं चानण होए। ते जोगियां ने प्रश्न किया कि कित विद जोत निरंतर पाई, किहड़ा तरीका है कि तुसीं लगातार अपने अंदर परमात्मा की उस जोत का प्रकाश किया। ते अगला प्रश्न सी, बिन दंता क्यों खाईऐ सार, नानक साचा करो विचार। कहन लगे जे दांदी ना होण ते फिर लोहा किवें चब्बिया जा सकता है। उन्हां दा भाव सी भी तुसीं ते घर नहीं छड्डिया, तुसीं साडे वांग जोगी नहीं बने, तुसीं साडे वांग साधना नहीं कीती, तुहाडे कोल तां साधना दे दांदी नहीं है, ते ये संसारी लोहा चबना बड़ा औखा है, ते किवें चब्बिया जे। ते अगों फिर गुरु नानक साहब दा उत्तर बड़े कमाल दा सी। साहब कहन लगे, सतगुर कै जन्मै गवन मटाया, अनहत राते ए मन लाया, मनसा आसा शब्द जलाई, गुरमुख जोत निरंतर पाई, त्रै गुण मेटै खाईऐ सार, नानक तारे तारनहार। वो कहते सी सच दी विचार दिओ, ते गुरु नानक साहब कहते सच दी विचार ये है कि परमात्मा नाल जुड़ जो, वो भव सागर तो तार वाला है, वो साडा पार उतारा करन वाला है। ते जदों सतगुरु जी ने एक एक प्रश्न का उत्तर दिता कि गुरु के शब्द में जुड़ के किवें आपां आसा मनसा नूं काबू कीता, गुरमुख ताई राही किवें आपां अपने अंदर जोत का प्रकाश कीता, ते साहब कहंदे तिन्हां गुणां दी जिहड़ी मायक बिरती है, रजगुण तमगुण सतगुण, इहदे तो उपर उठ के लोहा चब्बिया। ते सच दी विचारधारा यह है कि तुसीं परमात्मा नाल जुड़ के तर सकदे हो। हुण जदों असीं सतगुरु जी दे दर ते सेवा करन आउणे आ, ते भाई गुरदास जी ने गुरसिख दे निता प्रति जीवन की जिहड़ी रौह रीत है ना, वो वर्णन कीती है कि गुरसिख रोज़ उठ के सवेरे की करदा है। गुरसिख भल के उठ कर अमृत वेलै सरना वंदा, गुर के बचन उचार कै धर्मसाल दी सुरत करंदा, साध संगत विच जाए कै गुरबाणी दे प्रीत सुनंदा, किरत विरत कर धर्म दी लै प्रसाद आन वरतंदा, शंका मनो मटाए कै गुर सिखां दी सेव करंदा, गुर सिखां नूं दे कर पिछों बचिया आप खवंदा, कली काल प्रगास कर गुर चेला चेला गुर संदा, गुरमुख गाडी राह चलंदा। भाई गुरदास जी ने भी वचन कहे कि बलिहारी तिन्हां गुर सिखां गुर सेवा जानन अबरिठा, जिन्हां नूं सब तो प्यारी गुरु की सेवा लगती है। मैं उन्हां सिखां तो बलिहार जावां। ते अगला बचन उन्हां कहा, बलिहारी तिन्हां गुर सिखां आप तरन तारेन सृष्ठा। क्योंकि जिहड़े सेवा ते सिमरन दे विच लग गए, मेरे सतगुरु जी ने उन्हां नूं एडा वड्डा मान बख्शिश कीता। एक दिन भाई मंझ नूं सतगुरु गुरु अर्जन देव जी ने प्यार की गलवकड़ी विच लैके कहा सी, भाई मंझ असीं तेरी सेवा तो प्रसन्न होए हैं कि तू सेवा भी करदा ते अपने घर विच जो गुरमत तो उल्ट है, जिहड़ी सखी सरवर की जगह बनी हुई, तू अपने हत्थीं कई नाल वो जगह जिहड़ी अपने घर तो परे करती है। सतगुरु कहन लगे भी असीं तेरी सेवा तो इन्ने प्रभावित हाँ कि तेरी सेवा आउण वाले समय विच एक मार्ग दर्शन बनेगा। वेखो पढ़ाई तो सारे करते हैं,
पर कुछ लोग ऐसे ने जिहड़े इस ढंग नाल पढ़ते ने भी उन्हां दी कीती हुई पढ़ाई आउण वाले समय दे विच मार्गदर्शन बनदी है, ते बहुत सारे लोग फिर उन्हां नूं अपना जिहड़ा सामने एम निशाना हुंदा है ना, उन्हां नूं फॉलो करके ते अपनी जिंदगी दे विच सफलता हासिल करते हैं। जदों भाई मंझ ने सेवा की नाल अपने घर विचों सखी सरवर की जगह नूं भी ढा दिता, ते सतगुरु जी ने खुश हो के कहा सी, भाई मंझ वेख, कदे गोइंदवाल साहब की धरती ते साडे नाने गुरु ने सानू कहा सी, दोहिता बाणी का बोहिथा, बाणी का जहाज कहा सी नाना गुरु ने। कहते फिर भट्टां दा जथा आया, 11 मैंबरी जथा, ते उन्होंने आके फिर ये बचन कहे, कल युग जहाज अर्जन गुरु सगल सृष्ट लगबे तरो। उन्होंने सानू जहाज किया, बोहित किया, ते कहन लगे सिखा तू सेवा भी की ते मनमत तो भी दूर है। हुण साडी सेवा क्यों नहीं थाएं पैंदी भी आपां सेवा भी करते हैं, ते सेवा करदियां आपां गुरमत दे अनुसारी गुरमत दे धारनी भी नहीं बनते। ते भाई मंझ ने जदों गुरमत नूं धारण कीता ते सतगुरु गुरु अर्जन साहब जी ने बचन कहे, कहन लगे सानू नाने गुरु ने जहाज किया, बोहित किया, सानू भट्ट साहबान ने बोहित किया, जहाज किया। सिखा तेरी सेवा तो इन्ने प्रसन्न कि ये मान असीं हुण तैनू बख्शिश कर रहे हैं, मंझ गुरु का बोहिथा जग लंघणहारा। कहंदे जिहड़ा तेरे वांग सेवा करेगा, जिहड़ा गुरमत दा धारनी होवेगा, जिहड़ा सच्ची मुच्ची हत्थ विच कई पकड़ के जे घर विच कोई मनमत हो रही है ते उहनूं कवे भी मैं दूर कर देना, कहंदे आ सेवा जिहड़ी है ना, ये फिर मंझ प्यारा गुरु को गुरु मंझ प्यारा, मंझ गुरु का बोहिथा जग लंघणहारा। हुण सतगुरु जी ने पावन बाणी दे विच जदों ब्रह्म ज्ञानी की परिभाषा दिती ते आपां सारे सुखमणी साहब दे विचों पढ़ते हैं, मन साचा मुख साचा सोए, अवर ना पेखै एक बिन कोए, नानक ये लक्षण ब्रह्म ज्ञानी होए। भी जिहदे मन विच भी सच्चा प्रभु है ते जिहदी रसना ते भी सच्चा प्रभु है। हुण जे असीं रसना तो सच्चे प्रभु नूं याद कर रहे होइए, वाहिगुरू वाहिगुरू करके, बाणी पढ़ के, कथा कीर्तन करके, ते साडे अंदर कुछ होर चल रहा हो भी शायद इस तो अगे कोई होर थां है जिथे असीं जाना है ते फिर साडा पार उतारा होना है। उन्हां लई सतगुरां ने शब्द वरते ने कि दिलों मुहब्बत जिन सेई सचिया, जिन मन होर मुख होर से कांडे कचिया। भी मुख तो आपां कर रहे हैं वाहिगुरू वाहिगुरू वाहिगुरू, ते वाहिगुरू ते विश्वास ही नहीं। कोई गिट्टे नाल काला धागा बनी बैठा है, कोई गल विच तवीत पाई बैठा है, कोई गुग्गा पूजी जाता है, कोई मड़ियां ते मत्था टेकी जाता है। भी अंदर कुछ होर चल रहा है, पर रसना करके इंज लग रहा भी जिवें वाहिगुरू दा जाप हो रहा, बाणी पढ़ी जा रही भी ये सिख है। सिक्खी दा ब्रह्म ज्ञानी वो है जिहड़ा अंदरों ते बाहरों रब नाल जुड़ गया। मन साचा मुख साचा सोए, प्रभ जी बसै साध की रसना। हुण साडी रसना ते दुनियावी गल्लां ने, साडी रसना ते चुगली निंदिया है, पर जिहड़ा साधु है ना उहदी रसना ते परमात्मा दी उस्तति है। वो जदों भी बोलेगा परमात्मा दे गुणां दा ही गायन करेगा। उहदी रसना ते चुगली निंदिया नहीं वसदी। प्रभ जी बसै साध की रसना, जिहदी रसना ते प्रभु वसदा है, जिहड़ा प्रभु दे ही गुण गाउंदा है, साहब कहंदे वो असल विच साधु है। ते सतगुरु गरीब नवाज ने कृपा की भी ब्रह्म ज्ञानी वो जिहड़ा अंदरों ते बाहरों मालक नाल जुड़ गया। साधु कौन है? अगम अगाध पार ब्रह्म सोए, जो जो कह सो मुक्ता हुए, सुन मीता नानक बिनवंता, साध जना की अचरज कथा। हुण आपां इस श्लोक विचों वेखना है भी साधु कौन है। सब कहते जिहड़ा अगम अगाध प्रभु नाल जुड़ गया, जिहड़ा अपनी रसना तो जो कहंदा है वो अगम अगाध प्रभु की वडियाई कहंदा है। अगम अगाध पार ब्रह्म सोए, जो जो कहे सो मुक्ता होए। जिहड़ा भी अपनी रसना तो वह गुण गायन करेगा, उहदे बंधन कटे जाणगे।
ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ। ਕਹਿੰਦੇ ਬੜੀ ਅਚਰਜ ਕਥਾ ਹੈ ਸਾਧੂ ਜਨਾਂ ਦੀ, ਕਿਉਂਕਿ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ। ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜਾ ਹਰੀ ਦਾ ਸੇਵਕ ਹੈ ਉਹ ਬਿਲਕੁਲ ਹਰੀ ਵਰਗਾ ਬਣ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਹਾ। ਜਿੱਥੇ ਜਾ ਕੇ ਫਿਰ ਇਹ ਅੰਤਰ ਖਤਮ ਹੋ ਜਾਂਦਾ ਹੈ ਤੇ ਅਸੀਂ ਸੱਚੀ ਮੁੱਚੀ ਪਰਮਾਤਮਾ ਦੇ ਭੇਜੇ ਸੰਸਾਰ ਵਿੱਚ ਆਏ ਹਾਂ ਤੇ ਪਰਮਾਤਮਾ ਵਿੱਚ ਅਸੀਂ ਇੱਕ ਮਿਕਤਾ ਹਾਸਲ ਕਰਕੇ ਹੀ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਤੱਕ ਅਸੀਂ ਪਹੁੰਚ ਸਕਦੇ ਹਾਂ। ਮਨੁੱਖ ਸੰਸਾਰ ਵਿੱਚ ਪਰਮਾਤਮਾ ਹੋਣ ਆਇਆ ਹੈ, ਬ੍ਰਹਮ ਗਿਆਨੀ ਬਣਨ ਲਈ ਆਇਆ ਹੈ, ਸਾਧੂ ਬਣਨ ਲਈ ਆਇਆ ਹੈ। ਇਸੇ ਲਈ ਸਾਹਿਬ ਨੇ ਨਿਰਣਾ ਦੇ ਦਿੱਤਾ ਕਿ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਵੀ ਤਰੇਗਾ ਉਹ ਜਿਹੜਾ ਬ੍ਰਹਮ ਗਿਆਨੀ ਆ, ਬਾਕੀ ਤਾਂ ਇਹ ਸੰਸਾਰ ਜਿਹੜਾ ਨਾ ਇਹ ਹਨੇਰਗਰਦੀ ਹੈ, ਇਹ ਤੰਗ ਦਿਲੀ ਹੈ, ਇੱਥੇ ਸਵਾਰਥੀ ਬਿਰਤੀ ਹੈ। ਜਿਹੜਾ ਵੀ ਬ੍ਰਹਮ ਗਿਆਨੀ ਬਣੇਗਾ, ਜਿਹੜਾ ਸਾਧੂ ਬਣੇਗਾ, ਇੰਜ ਕਹਿ ਲਈਏ ਵੀ ਹੈ ਤਾਂ ਅਸੀਂ ਆਤਮਾ, ਪਰ ਆਤਮਾ ਨੇ ਪਰਮਾਤਮਾ ਹੋਣਾ ਹੈ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਆ ਜਿਹੜੀ ਵਿੱਥ ਹੈ ਸਾਡੀ ਤੇ ਪਰਮਾਤਮਾ ਦੀ, ਇਸ ਵਿੱਥ ਨੂੰ ਜਿੰਨੇ ਦੂਰ ਕਰ ਲਿਆ ਉਹਨੂੰ ਫਿਰ ਤੁਸੀਂ ਭਗਤ ਕਹਿ ਲਓ, ਸਾਧੂ ਕਹਿ ਲਓ, ਸੇਵਕ ਕਹਿ ਲਓ, ਗੁਰਮੁਖ ਕਹਿ ਲਓ। ਉਹ ਤਾਂ ਸੱਚਮੁੱਚ ਫਿਰ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਨੇ। ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਨਾਮੈ ਨਰੈਣ ਨਾਹੀ ਭੇਦ ਰਾਮ ਕਬੀਰੈ ਭੇਦ ਨਾ ਭਾਈ। ਉਹ ਤੇ ਇੰਨਾ ਮਾਣ ਕਰਦੇ ਨੇ ਜਿਵੇਂ ਇੱਕ ਬੱਚਾ ਪਿਤਾ ਦੇ ਵੇਖੋ ਕਈ ਵਾਰ ਪੇਟ ਤੇ ਵੀ ਬੈਠ ਜਾਂਦਾ ਹੈ, ਮੋਢਿਆਂ ਤੇ ਵੀ ਚੜ ਜਾਂਦਾ ਹੈ, ਤੇ ਪ੍ਰਭੂ ਪਿਆਰੇ ਆਖਦੇ ਨੇ ਅਬ ਤੋਂ ਜਾਏ ਚੜ੍ਹੈ ਸਿੰਘਾਸਨ ਮਿਲੈ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਕਹਿੰਦੇ ਰੱਬ ਦੇ ਸਿੰਘਾਸਨ ਤੇ ਜਾ ਕੇ ਬੈਠ ਗਏ, ਕਬੀਰ ਤੇ ਰੱਬ ਇੱਕ ਹੋ ਗਿਆ, ਹੁਣ ਅੰਤਰ ਹੀ ਕੋਈ ਨਹੀਂ ਰਹਿ ਗਿਆ। ਸੱਚਮੁੱਚ ਸੇਵਾ ਉਹ ਸਫਲ ਹੈ, ਬੰਦਗੀ ਉਹ ਸਫਲ ਹੈ ਜਿਹੜੀ ਸਾਡੀ ਵਿੱਥ ਨੂੰ ਮਿਟਾ ਦੇਵੇ, ਜਿਹੜੇ ਸਾਡੇ ਅੰਦਰ ਦੀ ਦੁਬਿਧਾ ਨੂੰ ਦੂਰ ਕਰ ਦੇਵੇ। ਜਿਹੜਾ ਅਸੀਂ ਭਰਮ ਪਾਲੀ ਬੈਠੇ ਹਾਂ ਵੀ ਅਸੀਂ ਹੋਰ ਹਾਂ ਤੇ ਪਰਮਾਤਮਾ ਹੋਰ ਹੈ। ਸਾਹਿਬ ਕਹਿੰਦੇ ਅਸਲ ਵਿੱਚ ਜਿਹੜਾ ਜੀਵ ਇਹ ਅੰਦਰੋਂ ਦੁਬਿਧਾ ਨੂੰ ਖਤਮ ਕਰ ਲੈਂਦਾ ਨਾ, ਬਸ ਦੁਬਿਧਾ ਖਤਮ ਹੋਣ ਦੀ ਦੇਰ ਹੈ। ਇਹ ਜੀਵ ਅਸਲ ਵਿੱਚ ਪਰਮਾਤਮਾ ਦਾ ਰੂਪ ਹੈ ਤੇ ਇਹਨੂੰ ਪਰਮਾਤਮਾ ਦੇ ਨਾਲ ਫਿਰ ਇੱਕ ਮਿਕਤਾ ਜਿਹੜੀ ਹੈ ਉਹ ਬਿਲਕੁਲ ਹਾਸਲ ਹੋ ਜਾਂਦੀ ਹੈ। ਹੁਣ ਭਾਈ ਗੁਰਦਾਸ ਜੀ ਨੇ ਜਦੋਂ ਸਾਧੂ ਪੁਰਸ਼ਾਂ ਦੀ ਗੱਲ ਕੀਤੀ, ਉਹ ਕਹਿੰਦੇ ਨੇ ਵੀ ਆਪਾਂ ਕਈ ਵਾਰ ਕਹਿ ਤੇ ਦਿੰਨੇ ਆ ਵੀ ਫਲਾਣਾ ਸਾਧੂ ਹੈ, ਪਰ ਸਾਧੂ ਬਣਿਆ ਕਿਵੇਂ ਜਾਂਦਾ ਹੈ। ਜਿਵੇਂ ਹੁਣ ਜ਼ਿਕਰ ਚੱਲ ਰਿਹਾ ਸੀ ਸਤਿਕਾਰਯੋਗ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਤੇ ਆਪਾਂ ਉਹਨਾਂ ਦਾ ਇਤਿਹਾਸ ਪੜ੍ਹੀਏ। ਸੱਚੀ ਮੁੱਚੀ ਉਹ ਸੰਤ ਸਿਪਾਹੀ ਸਨ। ਚਾਹੇ ਉਹ ਫੌਜ ਵਿੱਚ ਨੌਕਰੀ ਦਾ ਜ਼ਿਕਰ ਆਵੇ, ਚਾਹੇ ਪਿੰਡ ਵਿੱਚ ਕੋਈ ਕਿਸੇ ਵੱਲੋਂ ਵਧੀਕੀ ਹੋਵੇ, ਤੇ ਉਹਨਾਂ ਨੇ ਜਿੱਧਰ ਕਮਜ਼ੋਰ ਧੜਾ ਉਸ ਪਾਸੇ ਖਲੋ ਕੇ ਬਾਹਰੋਂ ਆਉਣ ਵਾਲੇ ਹਮਲਾਵਰਾਂ ਦਾ ਮੁਕਾਬਲਾ ਕਰਨਾ। ਜਦੋਂ ਆਪਾਂ ਵੇਖਦੇ ਹਾਂ ਉਹਨਾਂ ਦੇ ਸਮੁੱਚੇ ਜੀਵਨ ਵੱਲ, ਤੇ ਉਹਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਅੰਤਲੇ ਸਮੇਂ ਸ਼ਹਾਦਤ ਪ੍ਰਾਪਤ ਕਰਕੇ, ਤੇ ਜਿਹੜੀ ਸਿੱਖ ਫੌਜ ਖਾਲਸਾ ਫੌਜ ਤੇ ਸਿੱਖਾਂ ਦੇ ਵਿੱਚ ਆਪਸ ਵਿੱਚ ਫੁੱਟ ਪਈ ਸੀ, ਉਹਨੂੰ ਭਰਾ ਮਾਰੂ ਜੰਗ ਜਿਹੜਾ ਸੀ ਉਹ ਨਹੀਂ ਸੀ ਬਣ ਦਿੱਤਾ, ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ ਉਹਨਾਂ ਨੇ। ਭਾਵ ਬੜੀ ਉੱਚੀ ਆਤਮਿਕ ਅਵਸਥਾ ਹੁੰਦੀ ਹੈ ਉਹਨਾਂ ਦੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਵੀ ਜਿਵੇਂ ਆਪਾਂ ਕੋਈ ਬਲਦਾ ਹੋਇਆ ਦੀਵਾ ਵੇਖਦੇ ਹਾਂ, ਆਪਾਂ ਕਹਾਂਗੇ ਵੇਖੋ ਜੀ ਦੀਵਾ ਬਲ ਰਿਹਾ ਤੇ ਹਨੇਰੇ ਵਿੱਚ ਰੋਸ਼ਨੀ ਹੋ ਰਹੀ ਹੈ, ਸਾਨੂੰ ਉਹ ਚਾਨਣ ਦੇ ਰਿਹਾ। ਪਰ ਆਪਾਂ ਇਹ ਵੇਖੀਏ ਵੀ ਜਿਹੜਾ ਦੀਵੇ ਵਿੱਚ ਤੇਲ ਬਲ ਰਿਹਾ ਨਾ, ਜਿਹਨੇ ਚਾਨਣ ਦਿੱਤਾ ਹੈ, ਉਹਦਾ ਕਿੱਡਾ ਵੱਡਾ ਸੰਘਰਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਵੇਂ ਤੇਲ ਹੋਣ ਜਾਂ ਤੋਰੀਆ ਸਰੋਂ ਹੋਵੇ, ਪਹਿਲਾਂ ਕਿਸਾਨ ਉਹਨੂੰ ਖੇਤਾਂ ਵਿੱਚ ਬੀਜਦਾ, ਫਿਰ ਸਮਾਂ ਲੱਗਦਾ, ਫਸਲ ਪੱਕਦੀ ਹੈ, ਉਹਨੂੰ ਕੱਟ ਕੇ ਸੁਕਾਇਆ ਜਾਂਦਾ ਹੈ,
ਫਿਰ ਪੁੱਠੇ ਕਰ ਕਰਕੇ ਉਹਨੂੰ ਝਾੜਿਆ ਜਾਂਦਾ ਤੇ ਉਹਦੇ ਵਿੱਚੋਂ ਜਿਹੜੇ ਤਿਲ ਨਿਕਲਣ, ਤੋਰੀਆ ਸਰੋਂ ਨਿਕਲੇ, ਉਹਦੀ ਫਿਰ ਕਹਾਣੀ ਬਣਦੀ ਹੈ। ਤੇ ਕਹਾਣੀ ਨੂੰ ਜਦੋਂ ਜਿਹੜਾ ਤੇਲੀ ਹੈ ਉਹ ਕੋਲੂ ਵਿੱਚ ਪਾ ਕੇ ਜਦੋਂ ਉਹਨੂੰ ਪੀੜਦਾ ਤੇ ਉਹਨੂੰ ਪੀੜਨ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਤੇਲ ਨਿਕਲਦਾ ਨਾ, ਉਹ ਤੇਲ ਇੰਨਾ ਲੰਮਾ ਸਫ਼ਰ ਕਰਨ ਤੋਂ ਬਾਅਦ ਜਦੋਂ ਦੀਵੇ ਵਿੱਚ ਪੈਂਦਾ ਤੇ ਉਹਦੇ ਵਿੱਚ ਵੱਟੀ ਰੱਖ ਕੇ ਉਹਨੂੰ ਜਗਾਇਆ ਜਾਂਦਾ ਤੇ ਉਹ ਹਨੇਰੇ ਵਿੱਚ ਵੀ ਚਾਨਣ ਦੇਣ ਦੀ ਸਮਰੱਥਾ ਰੱਖਦਾ। ਹੁਣ ਸਾਧੂ ਕੌਣ ਹੈ? ਜਿਹੜਾ ਜੀਵਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦੇਵੇ। ਜਦੋਂ ਵੀ ਆਪਾਂ ਚਾਨਣ ਛੱਡ ਕੇ ਹਨੇਰੇ ਵਿੱਚ ਤੁਰਾਂਗੇ, ਠੇਡੇ ਵੀ ਲੱਗਦੇ ਨੇ, ਟੱਕਰਾਂ ਵੀ ਵੱਜਦੀਆਂ ਨੇ। ਸਾਧੂ ਉਹ ਹੈ ਜਿਹੜਾ ਸਾਨੂੰ ਜੋੜ ਦਵੇ, ਗੁਰ ਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਿਹੜਾ ਸਾਨੂੰ ਪ੍ਰੇਰਨਾ ਕਰੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਹੜਾ ਸਾਨੂੰ ਇਹ ਕਵੇ, ਹਿਰਦੇ ਵਿੱਚ ਗਿਆਨ ਦਾ ਦੀਵਾ ਬਾਲੋ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਾ ਰਤਨ ਪਦਾਰਥ ਲਾਦਾ। ਵੀ ਜੇ ਸੱਚੀ ਮੁੱਚੀ ਸਿੱਖਾਂ ਨੂੰ ਕੋਈ ਪੁੱਛ ਲੇ ਵੀ ਸਿੱਖੋ ਤੁਸੀਂ ਦੀਵੇ ਬਾਲੀ ਜਾਂਦੇ ਹੋ ਤੇ ਜਿਹੜਾ ਰੱਬੀ ਗਿਆਨ ਦਾ ਚਾਨਣ ਹੈ, ਕਦੇ ਇਹਦੇ ਨਾਲ ਵੀ ਜੁੜਨ ਦਾ ਯਤਨ ਕੀਤਾ? ਤੇ ਆਪਾਂ ਸਾਰਿਆਂ ਨੇ ਵੇਖੋ ਫਿਰ ਸਿਰ ਹੀ ਫੇਰਨਾ, ਕਿਉਂਕਿ ਗਿਆਨ ਰੂਪੀ ਦੀਪਕ ਵਾਲੇ ਪਾਸੇ ਆਪਾਂ ਨਹੀਂ ਆਏ। ਤੇ ਭਾਈ ਗੁਰਦਾਸ ਜੀ ਕਹਿੰਦੇ ਸਾਧੂ ਉਹ ਹੈ ਜਿਹੜਾ ਪਹਿਲਾਂ ਅਵਸਥਾ ਉਹਦੀ ਇਹੋ ਜੀ ਹੈ ਕਿ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਦੂਸਰੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਵੇਖੋ ਬੱਕਰੀ, ਉਹਨੂੰ ਜ਼ੁਬਾਨ ਦੇ ਚਸਕੇ ਵਾਲਿਆਂ ਨੇ ਕੱਟਿਆ, ਉਹਨੂੰ ਕੀਮਾ ਕਰਕੇ ਆਪ ਖਾਧਾ, ਬਾਜ਼ਾਰ ਵਿੱਚ ਵੇਚਿਆ, ਉਹਦੀਆਂ ਆਂਦਰਾਂ ਕੱਢ ਕੇ ਕਿਸੇ ਕੂੜੇ ਦੇ ਢੇਰ ਤੇ, ਰੂੜੀ ਦੇ ਢੇਰ ਤੇ ਸੁੱਟ ਦਿੱਤੀਆਂ। ਕੋਈ ਕਦਰਦਾਨ ਆਇਆ, ਉਹਨੇ ਉਹਨੂੰ ਕੱਪੜੇ ਨਾਲ ਸਾਫ਼ ਕੀਤਾ, ਉਹਨਾਂ ਆਂਦਰਾਂ ਨੂੰ ਵੱਟ ਚੜਾਇਆ, ਉਹਦੀ ਫਿਰ ਤੰਦ ਬਣਾਈ ਤੇ ਜਦੋਂ ਉਹ ਤਾਰ ਬਣੀ ਤੇ ਉਹ ਫਿਰ ਜਦੋਂ ਤੰਤੀ ਸਾਜ਼ ਦੇ ਉੱਪਰ ਫਿੱਟ ਹੋਈ, ਉਹ ਭਾਵੇਂ ਸਾਡਾ ਇੱਕ ਤਾਰਾ ਸਾਜ਼ ਹੋਵੇ, ਦੋ ਤਾਰਾ ਸਾਜ਼ ਹੋਵੇ, ਜਿਹਦੇ ਵਿੱਚੋਂ ਵੀ ਆਪਾਂ ਆਵਾਜ਼ ਨਿਕਲਦੀ ਵੇਖਦੇ ਹਾਂ ਤੇ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਵੇਖੋ ਕਿੱਡੀ ਪਿਆਰੀ ਸੁਰ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਵੇਖੋ ਸਫ਼ਰ ਕਿੰਨਾ ਹੈ। ਕਹਿਣ ਲੱਗੇ ਜੈਸੇ ਉਦਾਹਰਨ ਦਿੰਦੇ ਨੇ ਕਿ ਇੱਕ ਅਜਾ ਜਿਹੜੀ ਬੱਕਰੀ ਹੈ ਨਾ, ਉਹਦਾ ਤਨ ਜਿਹੜਾ ਨਾ ਉਹ ਕੀਮਾ ਕਰਕੇ ਕੱਟਿਆ ਜਾਂਦਾ, ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਤੇ ਫਿਰ ਜਾ ਕੇ ਉਹਦੀਆਂ ਆਂਦਰਾਂ ਨੂੰ ਵੱਟ ਕੇ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ, ਤਾਂਕੀ ਤੰਤ ਬਾਜੈ ਰਾਗ ਰਾਗਨੀ ਸੋ ਨਿਆਰੋ ਜੀ। ਕਹਿੰਦੇ ਫਿਰ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ। ਤੇ ਤੀਸਰੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਆਪਾਂ ਸ਼ੀਸ਼ਾ ਆਪਣੇ ਸਾਹਮਣੇ ਕਰ ਲਈਏ ਤੇ ਸ਼ੀਸ਼ਾ ਦੱਸ ਦਵੇਗਾ ਵੀ ਆਪਾਂ ਚਿੱਟੇ ਰੰਗ ਦੇ ਕੱਪੜੇ ਪਾਏ ਨੇ, ਨੀਲੇ ਰੰਗ ਦੀ ਦਸਤਾਰ ਸਜਾਈ ਹੈ, ਜਿਹੋ ਜੀ ਆਪਣੀ ਸ਼ਕਲ ਸੂਰਤ ਹੈ ਸ਼ੀਸ਼ਾ ਦੱਸ ਦਿੰਦਾ ਹੈ। ਹੁਣ ਉਹੋ ਜਿਹੇ ਸ਼ੀਸ਼ੇ ਵੀ ਹੈਨ ਸੰਸਾਰ ਵਿੱਚ ਜਿਹੜੇ ਅੰਦਰ ਦੀ ਰਿਪੋਰਟ ਵੀ ਦੇ ਦਿੰਦੇ ਨੇ। ਤੇ ਸਾਡਾ ਇਤਿਹਾਸ ਕਹਿੰਦਾ ਵੀ ਜਦੋਂ ਆਮ ਜ਼ੁਲਮ ਦਾ ਸ਼ਿਕਾਰ ਹੋਏ ਭਾਈ ਕੌਡੇ ਨੂੰ ਲੋਕਾਂ ਨੇ ਆਪਣੇ ਸਮਾਜ ਵਿੱਚੋਂ ਵੱਖ ਕਰ ਦਿੱਤਾ ਤੇ ਉਹਨਾਂ ਦੀ ਬਿਰਤੀ ਨੂੰ ਵੇਖਦਿਆਂ ਕਈਆਂ ਨੇ ਉਹਨਾਂ ਨੂੰ ਆਦਮਖੋਰ ਵੀ ਕਿਹਾ। ਇਹ ਪ੍ਰਚਲਿਤ ਕਰ ਦਿੱਤਾ ਵੀ ਭਾਈ ਕੌਡਾ ਰਾਖਸ਼ ਬਣ ਗਿਆ ਤੇ ਉਹ ਹੁਣ ਬੰਦੇ ਖਾਈ ਜਾਂਦਾ। ਪਰ ਭਾਈ ਕੌਡੇ ਦੇ ਉੱਪਰ ਜਿਹੜਾ ਲੋਕਾਂ ਦੀਆਂ ਵਧੀਕੀਆਂ ਹੋਈਆਂ ਸਨ, ਉਹਦੇ ਕਾਰਨ ਉਹਨੇ ਆਪਣੇ ਆਪ ਨੂੰ ਵੱਖ ਕੀਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਕੌਡੇ ਰਾਖਸ਼ ਕੋਲ ਗਏ ਤੇ ਕਹਿਣ ਲੱਗੇ ਵੀ ਸਾਡੇ ਬਾਰੇ ਤੇਰਾ ਕੀ ਵਿਚਾਰ ਹੈ, ਅਸੀਂ ਸੁਣਿਆ ਵੀ ਤੂੰ ਆਦਮਖੋਰ ਹੈ। ਉਹ ਕਹਿੰਦਾ ਜੀ ਸੱਚੀ ਮੁੱਚੀ ਅੱਜ ਤੱਕ ਮੈਂ ਕਦੇ ਬੰਦਾ ਨਹੀਂ ਜੇ ਖਾਧਾ। ਇੱਥੇ ਤੱਕ ਵੀ ਕਹਿਣ ਲੱਗਾ ਵੀ ਬੰਦੇ ਦੇ ਤੇ ਦਰਸ਼ਨ ਹੀ ਅੱਜ ਪਹਿਲੀ ਵਾਰ ਹੋਏ ਨੇ। ਸਤਿਗੁਰੂ ਕਹਿਣ ਲੱਗੇ ਉਹ ਕਿਵੇਂ? ਕਹਿੰਦਾ ਵੀ ਜਿਹੜਾ ਮੇਰਾ ਉਸਤਾਦ ਸੀ ਨਾ, ਉਹਨੇ ਮੈਨੂੰ ਇੱਕ ਸ਼ੀਸ਼ਾ ਦਿੱਤਾ ਸੀ ਵੀ ਜਦੋਂ ਵੀ ਕੋਈ ਤੇਰੇ ਕੋਲ ਆਵੇ ਤੂੰ ਉਹਦੇ ਅੱਗੇ ਸ਼ੀਸ਼ਾ ਕਰ ਦਿਆ ਕਰ। ਜੇ ਬਾਹਰੋਂ ਉਹ ਬੰਦਾ ਦਿਸੇ ਤੇ ਸ਼ੀਸ਼ੇ ਵਿੱਚ ਦਿਸੇ ਪਸ਼ੂ ਤੇ ਸਮਝ ਲੈਣਾ ਵੀ ਉਹ ਬੰਦਾ ਨਹੀਂ ਹੈ। ਕਹਿਣ ਲੱਗਾ ਵੀ ਤੁਸੀਂ ਤੇ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ, ਤੁਸੀਂ ਜਿਵੇਂ ਬਾਹਰੋਂ ਦਿਖਾਈ ਦੇ ਰਹੇ ਹੋ, ਜਦੋਂ ਮੈਂ ਤੁਹਾਡੇ ਅੱਗੇ ਸ਼ੀਸ਼ਾ ਕੀਤਾ
ਤੇ ਤੁਸੀਂ ਸੱਚਮੁੱਚ ਉਸੇ ਤਰ੍ਹਾਂ ਹੀ ਸ਼ੀਸ਼ੇ ਵਿੱਚ ਮੈਨੂੰ ਦਿਸ ਰਹੇ ਹੋ। ਉਹ ਕਹਿਣ ਲੱਗਾ ਵੀ ਇਨਸਾਨ ਤਾਂ ਮੇਰੇ ਕੋਲ ਪਹਿਲੀ ਵਾਰ ਆਇਆ, ਬੰਦੇ ਦੇ ਤੇ ਮੈਂ ਪਹਿਲੀ ਵਾਰ ਦਰਸ਼ਨ ਕਰ ਰਿਹਾ, ਕਿਉਂਕਿ ਬਾਕੀ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਜਦੋਂ ਸਤਿਗੁਰੂ ਜੀ ਨੇ ਉਹਨੂੰ ਸਮਝਾਇਆ, ਕਹਿਣ ਲੱਗੇ ਕਿ ਇਹਦੇ ਤੋਂ ਵੀ ਅੱਗੇ ਸ਼ੀਸ਼ਾ ਹੀ, ਸ਼ਬਦ ਦਾ ਸ਼ੀਸ਼ਾ। ਤੇ ਸ਼ਬਦ ਦੇ ਸ਼ੀਸ਼ੇ ਵਿੱਚ ਜਦੋਂ ਅਸੀਂ ਆਪਣੇ ਅੰਦਰ ਦੀ ਤਸਵੀਰ ਵੇਖਾਂਗੇ ਤੇ ਸਾਨੂੰ ਸਮਝ ਆਵੇਗੀ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾਂ। ਜਦੋਂ ਵੀ ਸ਼ੀਸ਼ੇ ਦੀ ਵਡਿਆਈ ਆਪਾਂ ਵੇਖਦੇ ਹਾਂ ਕਿ ਸ਼ੀਸ਼ਾ ਦੂਸਰੇ ਦੀ ਤਸਵੀਰ ਦਿਖਾ ਦਿੰਦਾ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਇੱਕ ਖਾਸ ਕਿਸਮ ਦੀ ਮਿੱਟੀ, ਉਸ ਮਿੱਟੀ ਨੂੰ ਗੁੰਨ ਕੇ, ਉਸ ਮਿੱਟੀ ਨੂੰ ਘਾਲ ਕੇ, ਉਸ ਮਿੱਟੀ ਨੂੰ ਤਪਾ ਕੇ, ਫਿਰ ਉਹਨੂੰ ਠੰਡਿਆਂ ਕਰਕੇ ਜਦੋਂ ਉਹਦਾ ਸ਼ੀਸ਼ਾ ਤਿਆਰ ਹੋਇਆ ਤੇ ਫਿਰ ਹੱਥ ਵਿੱਚ ਪਕੜ ਕੇ ਉਹ ਸ਼ੀਸ਼ੇ ਵਿੱਚੋਂ ਆਪਾਂ ਤਸਵੀਰ ਵੇਖੀ। ਕਹਿ ਦਿੱਤਾ ਵੀ ਸ਼ੀਸ਼ਾ ਉਹ ਜਿਹੜਾ ਤਸਵੀਰ ਦਿਖਾਉਂਦਾ, ਪਰ ਸ਼ੀਸ਼ਾ ਬਣਦਾ ਕਿਵੇਂ? ਜੈਸੇ ਤੋਂ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ। ਕਹਿੰਦੇ ਇੱਕ ਖਾਸ ਕਿਸਮ ਦੀ ਮਿੱਟੀ ਨੂੰ ਉਗਲਾ ਕੇ, ਉਹਨੂੰ ਚੰਗੀ ਤਰ੍ਹਾਂ ਪਿਘਲਾ ਕੇ, ਉਹਨੂੰ ਵੱਖ-ਵੱਖ ਤਰ੍ਹਾਂ ਦੇ ਕਸ਼ਟ ਦੇ ਕੇ, ਉਹਨੂੰ ਚੰਗੀ ਤਰ੍ਹਾਂ ਤਾ ਦੇ ਕੇ ਜਦੋਂ ਉਹਦਾ ਦਰਪਣ, ਉਹਦਾ ਸ਼ੀਸ਼ਾ ਬਣਾਇਆ ਜਾਂਦਾ ਹੈ। ਜੈਸੇ ਤੋਂ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ, ਤਾਂ ਤੇ ਕਰ ਗਹਿਤ ਮੁਖ ਦੇਖਤ ਸੰਸਾਰੋ ਜੀ। ਕਹਿੰਦੇ ਤੇਲ ਏਡਾ ਵੱਡਾ ਸੰਘਰਸ਼ ਕਰਕੇ ਦੀਵੇ ਵਿੱਚ ਬਲਿਆ ਤੇ ਰੋਸ਼ਨੀ ਦਿੱਤੀ। ਬੱਕਰੀ ਨੂੰ ਲੋਕਾਂ ਨੇ ਕੀਮਾ ਕੀਮਾ ਕਰਕੇ ਕੱਟ ਕੇ ਬਾਜ਼ਾਰਾਂ ਵਿੱਚ ਵੇਚ ਦਿੱਤਾ, ਆਂਦਰਾਂ ਨੂੰ ਵੱਟ ਚਾੜ ਕੇ। ਉਹਦੀ ਜਦੋਂ ਮਾਨੋ ਤਾਰ ਬਣੀ ਤੇ ਉਹ ਤਾਰ ਸਾਜ ਤੇ ਫਿੱਟ ਹੋਈ ਤੇ ਉਹਦੇ ਵਿੱਚੋਂ ਫਿਰ ਸੁਰ, ਉਹਦੇ ਵਿੱਚੋਂ ਰਾਗ ਅਲਾਪ ਹੋਏ। ਕਹਿਣ ਲੱਗੇ ਖਾਸ ਕਿਸਮ ਦੀ ਮਿੱਟੀ ਨੂੰ ਉਗਲਾ ਕੇ, ਪਿਘਲਾ ਕੇ, ਚੰਗੀ ਤਰ੍ਹਾਂ ਉਹਨੂੰ ਵੱਖ-ਵੱਖ ਜਿਹੜੇ ਸੰਘਰਸ਼ ਵਿੱਚੋਂ ਦੀ ਲੰਘਾ ਕੇ, ਕਹਿੰਦੇ ਫਿਰ ਉਹ ਸ਼ੀਸ਼ਾ ਬਣਿਆ ਤੇ ਉਹ ਦੂਜਿਆਂ ਦੀ ਤਸਵੀਰ ਦੱਸਣ ਲੱਗ ਪਿਆ। ਇਸੇ ਤਰ੍ਹਾਂ ਤੈਸੇ ਦੁਖ ਭੂਖ ਸੁਧ ਸਾਧਨਾ ਕੇ ਸਾਧ ਭਏ, ਤਾਹੀਂ ਤੇ ਕਰਤ ਜਗਤ ਨਿਸਤਾਰੂ ਜੀ। ਕਹਿੰਦੇ ਸੱਚਮੁੱਚ ਜਿਨ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਭੁੱਖ ਸਹਾਰ ਕੇ ਸ਼ੁੱਧ ਸਿਮਰਨ ਬੰਦਗੀ ਸੇਵਾ ਦੀ ਸਾਧਨਾ ਕੀਤੀ ਹੋਵੇ, ਉਹ ਅਸਲ ਵਿੱਚ ਸਾਧ ਬਣਦਾ ਤੇ ਫਿਰ ਉਹ ਲੋਕਾਂ ਲਈ ਇੱਕ ਮਾਰਗ ਦਰਸ਼ਨ ਬਣ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਭਾਈ ਮੰਝ ਨੂੰ ਲੋਕਾਂ ਨੇ ਸਾਧੂ ਮੰਝ ਨਹੀਂ ਕਿਹਾ, ਪਰ ਉਹ ਸੱਚੀ ਮੁੱਚੀ ਸਾਧੂ ਸੀ। ਸੇਵਾ ਕਰਕੇ ਉਹ ਏਡਾ ਉੱਚੇ ਦਰਜੇ ਦਾ ਸਿੱਖ ਬਣ ਗਿਆ ਕਿ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਹੁਣ ਭਾਈ ਮੰਝ ਤੂੰ ਗੁਰੂ ਦਾ ਬੋਹਿਤ ਬਣ ਗਿਆ, ਤੂੰ ਗੁਰੂ ਦਾ ਜਹਾਜ਼ ਬਣ ਗਿਆ, ਤੇ ਤੇਰੇ ਵਾਂਗ ਜਿਹੜਾ ਸੇਵਾ ਕਰੇਗਾ, ਤੇਰੀ ਸਿੱਖਿਆ ਉਹਨਾਂ ਲਈ ਇੱਕ ਜਹਾਜ਼ ਦੀ ਤਰ੍ਹਾਂ ਇਸ ਭਵ ਸਾਗਰ ਤੋਂ ਪਾਰ ਲੰਘਾਉਣ ਦਾ ਜਿਹੜਾ ਸਵਾਬ ਹੈ ਉਹ ਬਣੇਗੀ। ਉਹਨਾਂ ਸਿੱਖਾਂ ਬਾਰੇ ਫਿਰ ਭਾਈ ਗੁਰਦਾਸ ਨੇ ਕਿਹਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਬਰਿਠਾ। ਬਲਿਹਾਰੀ ਤਿੰਨਾਂ ਗੁਰ ਸਿੱਖਾਂ ਆਪ ਤਰਨ ਧਰੇਨ ਸਰਿਠਾ। ਉਹ ਆਪ ਵੀ ਭਵ ਸਾਗਰ ਤੋਂ ਤਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਜਾਂਦਾ ਹੈ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਉਹ ਕਿਹੜੀ ਵਸਤੂ ਹੈ ਜਿਹੜੀ ਸਾਨੂੰ ਗੁਰੂ ਦੀ ਸੇਵਾ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਤੇ ਗੁਰੂ ਅੰਗਦ ਸਾਹਿਬ ਨੇ ਕਿੱਡੀ ਵੱਡੀ ਬਖਸ਼ਿਸ਼ ਉਹਨਾਂ ਤੇ ਕਰ ਦਿੱਤੀ। ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਤੇ ਜਦੋਂ ਫਿਰ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਦਰ ਤੇ ਕੋਈ ਸੇਵਾ ਕਰਦਾ ਤੇ ਭੱਟ ਸਾਹਿਬਾਨ ਨੇ ਫਿਰ ਬਚਨ ਕਹੇ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ। ਵੀ ਉਹ ਕਿਹੜਾ ਪਦਾਰਥ ਹੈ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗਿਆ ਸਾਨੂੰ ਪ੍ਰਾਪਤ ਨਹੀਂ ਹੁੰਦਾ। ਇੱਥੇ ਤੇ ਸੱਚਮੁੱਚ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਜੋ ਕੁਝ ਵੀ ਸਾਨੂੰ ਚਾਹੀਦਾ, ਚਾਹੇ ਉਹ ਦੁਨਿਆਵੀ ਸਾਡੀਆਂ ਲੋੜਾਂ ਨੇ ਤੇ ਚਾਹੇ ਸਾਡਾ ਅਧਿਆਤਮਿਕ ਜੀਵਨ ਸਫਲ ਕਰਨ ਵਾਲੇ ਫਲ ਨੇ, ਸਤਿਗੁਰੂ ਜਦੋਂ ਉੱਤਰ ਉੱਠਦਾ, ਕਿਰਪਾ ਕਰਦਾ ਤੇ ਸਾਡੀ ਝੋਲੀ ਵਿੱਚ ਪ੍ਰਭੂ ਦੇ ਮਿਲਾਪ ਦਾ ਵੀ ਫਲ ਪਾ ਦਿੰਦਾ। ਤੇ ਜਿਹਨੂੰ ਫਿਰ ਸੇਵਾ ਕਰਦਿਆਂ ਸਿਮਰਨ ਕਰਦਿਆਂ ਪ੍ਰਭੂ ਮਿਲਾਪ ਦਾ ਫਲ ਲੱਗ ਜਾਏ,
ਉਹਨੂੰ ਕਹਿੰਦੇ ਆ ਵੀ ਇਹ ਹੁਣ ਸਫਲ ਹੈ। ਫਲ ਤੇ ਸੱਸਾ ਅੱਗੇ ਲਾ ਦਿੱਤਾ, ਸਫਲ। ਨਹੀਂ ਤਾਂ ਬਹੁਤੇ ਨੇਫਲੀ ਸੰਸਾਰ ਤੋਂ ਤੁਰ ਜਾਂਦੇ ਨੇ। ਫਲ ਸਹਿਤ ਉਹੀ ਜਾਣਗੇ ਜਿਹੜੇ ਸਤਿਗੁਰੂ ਦੀ ਦੱਸੀ ਹੋਈ ਸੇਵਾ ਤੇ ਮਾਲਕ ਦੀ ਬੰਦਗੀ ਦੇ ਵਿੱਚ ਆਪਣੇ ਆਪ ਨੂੰ ਜੋੜਨਗੇ। ਜਿਨ੍ਹਾਂ ਨੇ ਵੀ ਫਿਰ ਸੇਵਾ ਸਿਮਰਨ ਦੇ ਵਿੱਚ ਆਪਣੇ ਆਪ ਨੂੰ ਜੋੜਿਆ, ਉਹਨਾਂ ਬਾਰੇ ਜਦੋਂ ਪੁੱਛਿਆ ਵੀ ਉਹ ਕਿਹੋ ਜਿਹੇ ਨੇ, ਤੇ ਸਤਿਗੁਰੂ ਜੀ ਨੇ ਦੱਸ ਦਿੱਤਾ ਵੀ ਉਹ ਆਪਣੇ ਸਾਈਂ ਵਰਗੇ ਬਣ ਗਏ। ਕਿਉਂਕਿ ਜੈਸਾ ਸੇਵੈ ਤੈਸਾ ਹੋਵੈ, ਜਿਹਦੀ ਸੇਵਾ ਕਰੋਗੇ ਉਹਦੇ ਵਰਗੇ ਹੋ ਜਾਓਗੇ। ਜੇ ਤੇ ਬਣਨਾ ਸੱਪ ਤੇ ਗੁੱਗਾ ਪੂਜ ਲਿਆ ਕਰੀਏ, ਜੇ ਬਣਨਾ ਭੂਤ ਪ੍ਰੇਤ ਤੇ ਫਿਰ ਭੂਤਾਂ ਦੀ ਚੌਂਕੀ ਭਰ ਲਿਆ ਕਰੀਏ, ਤੇ ਜੇ ਹੋਣਾ ਪੱਥਰ ਤੇ ਫਿਰ ਪੱਥਰ ਪੂਜ ਲਈਏ। ਤੇ ਜੇ ਸੱਚੀ ਮੁੱਚੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇ ਫਿਰ ਗੁਰਬਾਣੀ ਲੋ ਨਾਲ ਜੁੜਨਾ ਪਵੇਗਾ। ਫਿਰ ਅਸੀਂ ਨੂਰ ਹਾਂ ਤੇ ਉਸ ਨੂਰ ਵਿੱਚ ਸਾਡਾ ਮਿਲਾਪ ਹੋਵੇਗਾ। ਨਹੀਂ ਤਾਂ ਜਿਹਦੀ ਸੇਵਾ ਕਰਾਂਗੇ ਉਹ ਵੱਧ ਤੋਂ ਵੱਧ ਸਾਨੂੰ ਆਪਣੇ ਵਰਗਾ ਬਣਾ ਲੇਗਾ, ਤੇ ਅਸੀਂ ਬਣਨਾ ਪਰਮਾਤਮਾ ਵਰਗੇ। ਜਦੋਂ ਅਸੀਂ ਅਕਾਲ ਮੂਰਤ ਨਾਲ ਜੁੜ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਬਾਂਹ ਪਕੜ ਕੇ ਆਖਣਗੇ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਕਹਿੰਦੇ ਜਿਹੜੇ ਅਕਾਲ ਮੂਰਤ ਨਾਲ ਜੁੜ ਗਏ ਉਹ ਰੱਬ ਦੀ ਮੂਰਤ ਬਣ ਗਏ। ਤੇ ਸੱਚੀ ਮੁੱਚੀ ਮਨੁੱਖ ਨੇ ਰੱਬ ਦੀ ਮੂਰਤੀ ਬਣਨਾ, ਪਰ ਇਹ ਪੱਥਰ ਦੀ ਮੂਰਤੀ ਬਣ ਗਿਆ, ਇਹ ਸੱਪ ਦੀ ਮੂਰਤੀ ਬਣ ਗਿਆ, ਇਹ ਭੂਤਾਂ ਪ੍ਰੇਤਾਂ ਦੀ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਡਾਇਵਰਟ ਹੋ ਗਿਆ। ਆ ਸੜਕ ਅੱਗੋਂ ਬੰਦ ਹੋਵੇ ਨਾ ਤੇ ਉੱਥੇ ਲਿਖਿਆ ਹੁੰਦਾ ਵੀ ਰਸਤਾ ਜਿਹੜਾ ਡਾਇਵਰਟ ਕੀਤਾ, ਬਦਲ ਦਿੱਤਾ, ਇਹਨੂੰ ਮੋੜ ਦਿੱਤਾ। ਜਾਣਾ ਆਪਾਂ ਰੱਬ ਦੇ ਘਰ ਸੀ, ਸਿੱਧਾ ਸੀ ਸਾਡਾ ਰਸਤਾ, ਪਰ ਸਾਨੂੰ ਕਿਸੇ ਨੇ ਭੂਤਾਂ ਵੱਲ ਮੋੜ ਦਿੱਤਾ, ਕਿਸੇ ਨੇ ਗੁੱਗੇ ਵੱਲ ਮੋੜ ਦਿੱਤਾ, ਕਿਸੇ ਨੇ ਪੱਥਰਾਂ ਵੱਲ ਮੋੜ ਦਿੱਤਾ। ਪਰ ਜਿੱਦਣ ਅਕਾਲ ਮੂਰਤ ਵਾਲੇ ਪਾਸੇ ਆਓਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਫਿਰ ਸਾਨੂੰ ਕਹਿਣਗੇ, ਸਿੱਖਾ ਵੇਖ, ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਤੈਨੂੰ ਕਿਹਾ ਸੀ ਅਕਾਲ ਮੂਰਤ ਨਾਲ ਜੁੜ, ਤੇ ਜੇ ਤੂੰ ਜੁੜਿਆ ਨਾ ਤੇ ਆ ਫਿਰ ਹੁਣ ਮੈਂ ਤੈਨੂੰ ਰੱਬ ਦੀ ਮੂਰਤ ਹੋਣ ਦਾ ਮਾਣ ਬਖਸ਼ਿਸ਼ ਕਰਦਾ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਸਤਿਗੁਰੂ ਕਿਰਪਾ ਕਰਨ। ਏਡੀ ਵੱਡੀ ਸੇਵਾ ਤੇ ਸਿਮਰਨ ਦੀ ਦਾਤ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਜਿੰਨਾ ਵੀ ਸਮਾਂ ਮਿਲੇ ਸੇਵਾ ਕਰਦਿਆਂ, ਸਿਮਰਨ ਕਰਦਿਆਂ ਆਪਣੇ ਜੀਵਨ ਦੇ ਦੋਵੇਂ ਪੱਖ, ਸਰੀਰਕ ਪੱਖ ਤੇ ਆਤਮਿਕ ਪੱਖ ਜਿਹੜੇ ਨੇ ਉਹ ਸਫਲੇ ਬਣਾਓ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ ਹੈ। ਅਗਲਾ ਜਥਾ ਜਿਨ੍ਹਾਂ ਨੂੰ ਆਪ ਜੀ ਨੇ ਬੜੇ ਪਿਆਰ ਸਹਿਤ ਸੱਦਾ ਭੇਜਿਆ, ਉਹ ਵੀ ਆਪ ਜੀ ਦੀ ਸੇਵਾ ਵਿੱਚ ਪਹੁੰਚ ਚੁੱਕੇ ਨੇ। ਸਟੇਜ ਸਕੱਤਰ ਸਾਹਿਬ ਉਹਨਾਂ ਦਾ ਸਮਾਂ ਅਨਾਉਂਸ ਕਰਨਗੇ। ਦਾਸ ਦੀਆਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਫਿਰ ਇੱਕ ਵਾਰ ਆਪਾਂ ਸਾਰੇ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਸਹਿਤ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਦੀਆਂ ਕਥਾ ਕਹਾਣੀਆਂ ਗੁਰ